ਵਸਾਂਦੀ। ਕੱਪੜ ਕੋਟ ਉਸਾਰੀਅਨ, ਕੋਟ ਉਸਾਰੀਅਨ, ਥੱਕੇ ਦੂਤ ਨ ਪਾਰ ਵਸਾਂਦੀ। ਹੱਥ ਮਰੋੜਨ ਸਿਰ ਧੁਨਨ, ਸਿਰ ਧੁਨਨ, ਪਛੋਤਾਨ ਕਰਨ ਜਾਹੇ ਜਾਂਦੀ। ਪਛੋਤਾਨ ਕਰਨ ਜਾਹੇ ਜਾਂਦੀ। ਘਰ ਆਈ ਠਾਕੁਰ ਮਿਲੇ, ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਘਰ ਆਈ ਠਾਕੁਰ ਮਿਲੇ, ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਨਾਥ ਅਨਾਥਾ ਬਾਨ ਠੁਰਾਂਦੀ, ਨਾਥ ਅਨਾਥਾ ਬਾਨ ਠੁਰਾਂਦੀ। ਕ੍ਰਿਸ਼ਨ ਕਰੇ ਦਿਲ ਲਾਂਦੀ, ਕ੍ਰਿਸ਼ਨ ਕਰੇ ਦਿਲ ਲਾਂਦੀ। ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ, ਕ੍ਰਿਸ਼ਨ ਕਰੇ ਦਿਲ ਲਾਂਦੀ। ਕ੍ਰਿਸ਼ਨ ਕਰੇ ਦਿਲ ਲਾਂਦੀ, ਕ੍ਰਿਸ਼ਨ ਕਰੇ ਦਿਲ ਲਾਂਦੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰਸ਼ਾਹ ਪਾਤਸ਼ਾਹੋ, ਨਹਿਚਲ ਚੌਰ ਛੱਤ। ਪੌੜੀ ਬੜੇ ਬੜਾ ਪਾਰ ਤੇਰਾ ਮਰਤਬਾ, ਰੰਗ ਅੰਗ ਅਨੇਕ ਜਪ ਕਰਤਬਾ। ਜੀਆਦਰ ਜਿਉ ਸਤ ਜਾਨ ਲਾ, ਸਭ ਤੇਰੇ ਵਸ ਤੇਰਾ ਕਰਪਲਾ। ਤੇਰੇ ਘਰ ਨੰਦ ਵਧਾਈ ਤੁਧ ਘਰ, ਮਾਨ ਮਤ ਤੇਜ ਆਪਣੇ ਆਪ ਕਰ। ਸਰਬ ਕਲਾ ਭਰਪੂਰ ਦਿਸੈ ਜਤ ਕਰਤਾ, ਨਾਨਕ ਦਾਸ ਦਾ ਤੁਧ ਆਗਿਆ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ। ਪੌੜੀ ਵੱਡਿਓ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪ੍ਰੰਗ ਨੇਕ ਨਾ ਜਪਨ ਕਰਤਬਾ। ਜੀ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਾਸਤੇ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ ਤੁਤ ਕਰ ਮਾਨ ਮਹੱਤਾ, ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਦਰ ਦੇਸ ਮੈਂ ਤਿਨ ਤੇ ਪਾਛੋ ਰਹੇ ਜੋ ਸਿੰਘ ਰਹਿਤ ਮੈਂ ਆਛੇ। ਸੋ ਇਨਕੇ दर्शन को गए हाथ जोड़ कर बंदत पाए। वाहिगुरु जी का खालसा वाहिगुरु जी की फतेह। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸ ਰਹੇ। ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜੇ ਹੋਏ ਹੋ। ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਬੜੇ ਪਿਆਰ ਸਹਿਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੇ ਅੱਖੀਂ ਮੀਟ ਧਿਆਨ ਧਰ
ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਕਿ ਜਦੋਂ ਸਾਰੇ ਆਸਰੇ ਬੰਦੇ ਲਈ ਬੰਦ ਹੋ ਜਾਂਦੇ ਹਨ ਤਾਂ ਉਦੋਂ ਪਰਮੇਸ਼ਰ ਦਾ ਆਸਰਾ ਜੇ ਇਹ ਮਨੁੱਖ ਗ੍ਰਹਿਣ ਕਰੇ, ਅਕਾਲ ਪੁਰਖ ਦੀ ਟੇਕ ਦਾ ਆਸਰਾ ਗ੍ਰਹਿਣ ਕਰੇ, ਤਾਂ ਨਿਰੰਕਾਰ ਅਕਾਲ ਪੁਰਖ ਜੀ ਬੌੜੀ ਕਰਦੇ ਹਨ। ਇਸ ਸ਼ਬਦ ਦਾ ਸਾਰ ਹੈ। ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਸਰਵਣ ਕਰ ਰਹੇ ਹੋ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਜੀਵਨ ਸੰਬੰਧੀ ਕੁਝ ਵਿਚਾਰਾਂ ਆਪ ਜੀ ਦੇ ਪਿੱਛੇ ਸਰਵਣ ਕੀਤੀਆਂ ਹਨ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣ ਦਾ ਮੁੱਢ ਕਿਵੇਂ ਬੱਝਾ ਹੈ ਉਹਦੇ ਬਾਰੇ ਦੱਸ ਰਹੇ ਨੇ ਕਿ ਜਦੋਂ ਅਸੀਂ ਕੈਂਥਲ ਆਏ, ਕੈਂਥਲ ਰਹਿ ਕੇ ਮਹਾਕਵੀ ਜੀ ਕਹਿੰਦੇ ਕੁਝ ਸਮਾਂ ਬਤੀਤ ਕੀਤਾ ਤੇ ਵਾਲਮੀਕੀ ਰਮਾਇਣ ਦਾ ਸਭ ਤੋਂ ਪ੍ਰਥਮ ਟੀਕਾ, ਕਿਉਂਕਿ ਵਾਲਮੀਕੀ ਰਮਾਇਣ ਸੰਸਕ੍ਰਿਤ ਵਿੱਚ ਸੀ, ਉਹਦਾ ਟੀਕਾ ਬ੍ਰਿਜ ਭਾਸ਼ਾ ਵਿੱਚ ਮਹਾਕਵੀ ਜੀ ਨੇ ਕੈਂਥਲ ਰਹਿ ਕੇ ਕੀਤਾ। ਆਤਮ ਪੁਰਾਣ ਲਿਖਿਆ, ਸੰਸਕ੍ਰਿਤ ਦਾ ਪਹਿਲਾ ਕੋਸ਼ ਜਿਸ ਨੂੰ ਅਮਰ ਕੋਸ਼ ਕਹਿੰਦੇ ਹਨ, ਉਹ ਮਹਾਕਵੀ ਜੀ ਨੇ ਇੱਥੇ ਰਹਿ ਕੇ ਲਿਖਿਆ। ਜਪਜੀ ਸਾਹਿਬ ਦਾ ਟੀਕਾ, ਗਰਭਗੰਜਨੀ ਟੀਕਾ ਉਹ ਲਿਖਿਆ। ਮਨ ਵਿੱਚ ਰੁਚੀ ਸੀ ਕਿ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖੀਏ। ਗੁਰੂ ਨਾਨਕ ਸਾਹਿਬ ਦੀ ਕਥਾ ਲਿਖ ਚੁੱਕੇ ਸਨ। 9 ਪਾਤਸ਼ਾਹੀਆਂ ਦਾ ਇਤਿਹਾਸ ਲਿਖਣਾ, ਪਰ ਉਹਦੇ ਵਾਸਤੇ ਸਰੋਤ ਚਾਹੀਦੇ ਸਨ ਜਿੱਥੋਂ ਇਤਿਹਾਸ ਪ੍ਰਾਪਤ ਹੋ ਸਕੇ। ਤਾਂ ਭਾਈ ਰਾਮ ਕੋਇਰ ਸਾਹਿਬ ਜੀ ਵਾਲੀ ਜਿਹੜੀ ਸੋ ਸਾਖੀ ਹੈ, ਸਾਖੀ ਪੋਥੀ, ਉਹ ਮਹਾਕਵੀ ਜੀ ਨੂੰ ਪ੍ਰਾਪਤ ਹੋਈ। ਉਹਦੇ ਸੰਬੰਧ ਵਿੱਚ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜਦੋਂ ਰਮਦਾਸ ਨਗਰ 'ਚ ਆ ਕੇ ਠਹਿਰ ਗਏ ਤਾਂ ਸਿੰਘਾਂ ਨੇ ਤਿੰਨਾਂ ਨੂੰ ਜਾ ਕੇ ਬੇਨਤੀ ਕੀਤੀ, ਸਾਨੂੰ ਗੁਰ ਇਤਿਹਾਸ ਸੁਣਾਓ। ਤਾਂ ਉਸ ਵਕਤ ਭਾਈ ਸਾਹਿਬ ਜੀ ਨੇ ਜਿਹੜੀ ਕਥਾ ਸੁਣਾਈ ਉਹ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ। ਉਸੇ ਦਾ ਅਨੁਵਾਦ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਦਰ ਦੇਸ਼ ਮੈਂ ਤਿੰਨ ਤੇ ਪਾਛੇ। ਮਦਰ ਦੇਸ਼ ਦਾ ਮਤਲਬ ਹੈ ਪੰਜਾਬ ਦਾ ਇਲਾਕਾ। ਪੰਜਾਬ ਦੀ ਧਰਤੀ ਦੇ ਵਿੱਚ ਮਾਝੇ ਦੇ ਇਲਾਕੇ ਚ ਰਮਦਾਸ ਨਗਰ ਵਿਖੇ ਰਹੇ ਜੋ ਸਿੰਘ ਰਹਿਤ ਮੈਂ ਆਛੇ। ਜਿਹੜੇ ਇਸ ਇਲਾਕੇ ਦੇ ਵਿੱਚ ਰਹਿਣੀ ਬਹਿਣੀ ਚ ਰਹਿਤ ਬਹਿਤ ਚ ਪ੍ਰਪੱਕ ਸਿੰਘ ਰਹਿੰਦੇ ਸਨ, ਸੋ ਇਨ ਕੋ ਦਰਸ਼ਨ ਕੋ ਗਏ। ਉਹ ਸਾਰੇ ਸਿੰਘ ਮਾਝੇ ਦੇ ਇਲਾਕੇ ਚ ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤਰਨਤਾਰਨ ਸਾਹਿਬ ਤੋਂ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੇ ਇਲਾਕੇ ਚੋਂ, ਪੱਟੀ ਦੇ ਇਲਾਕੇ ਚੋਂ, ਇੱਧਰੋਂ ਬਟਾਲੇ ਤੋਂ ਸਾਰੇ ਸਿੰਘ ਇਕੱਠੇ ਹੋ ਕੇ ਰਮਦਾਸ ਪਿੰਡ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਪਾਸ ਚੱਲ ਕੇ ਆਏ। ਹੱਥ ਜੋੜ ਕਰ ਬੰਦਤ ਪਏ। ਹੱਥ ਜੋੜ ਕੇ ਨਾ ਸਾਰੇ ਸਿੰਘਾਂ ਨੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਪ੍ਰਣਾਮ ਕੀਤੀ, ਮਹਾਂਪੁਰਸ਼ਾਂ ਨੂੰ ਵੰਦਨਾ ਕੀਤੀ ਤੇ ਕਹਿਣ ਲੱਗੇ, ਰਹੇ ਨਿਕਟ ਗੁਰ ਸੁਜਾਸੀ ਉਚਾਰਤ। ਕਹਿਣ ਲੱਗੇ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ ਰਹੇ ਹੋ, ਕਲਗੀਧਰ ਜੀ ਦੀ ਤੁਸੀਂ ਸੰਗਤ ਕੀਤੀ ਹੈ, ਉਹਨਾਂ ਦਾ ਸੁਜਾ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਵਰਣਨ ਕਰਕੇ ਸੁਣਾਓ। ਔਰ ਮੈਂ ਪਰਮ ਪ੍ਰੇਮ ਕੋ ਤਾਰਤ। ਭਾਈ ਸਾਹਿਬ ਜੀ ਕੋਲੋਂ ਸਾਰੇ ਸਿੰਘ ਕਥਾ ਸੁਣਦੇ, ਮਹਾਰਾਜ ਜੀ ਦੇ ਘਰ ਦਾ ਇਤਿਹਾਸ ਸੁਣ ਕੇ ਆਪਣੇ ਹਿਰਦਿਆਂ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਪ੍ਰੇਮ ਵਸਾਉਂਦੇ ਹਨ। ਜਦੋਂ ਸਤਿਗੁਰਾਂ ਦੀ ਕਥਾ ਸੁਣੀਏ ਤਾਂ ਸਤਿਗੁਰਾਂ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ ਖਾਲਸਾ ਜੀ ਹਿਰਦੇ ਵਿੱਚ। ਸਤਿਗੁਰਾਂ ਦੀ ਕਥਾ ਸੁਣਨ ਦਾ ਸਭ ਤੋਂ ਵੱਡਾ ਮਹਾਤਮ ਇਹੀ ਹੈ। ਵੈਸੇ ਤਾਂ ਬੇਅੰਤੀ ਗੁਣ ਨੇ ਮਹਾਰਾਜ ਜੀ ਦੀ ਕਥਾ ਸੁਣਨੇ ਨਾਲ,
ਪਰ ਸਭ ਤੋਂ ਵੱਡਾ ਪਰਉਪਕਾਰ ਜਿਹੜਾ ਗੁਰੂ ਸਾਹਿਬ ਦੀ ਕਥਾ ਦੁਆਰਾ ਸਾਡੇ ਤੇ ਹੁੰਦਾ ਹੈ ਉਹ ਹੈ ਜਦੋਂ ਗੁਰੂ ਸਾਹਿਬ ਦੀ ਕਥਾ ਸੁਣੀਏ, ਗੁਰੂ ਸਾਹਿਬ ਪ੍ਰਤੀ ਪ੍ਰੇਮ ਜਾਗਦਾ ਹੈ, ਮਨ ਵਿੱਚ ਭਾਵਨਾ ਜਾਗਦੀ ਹੈ। ਤੋ ਇਹ ਜਿੰਨੇ ਸਿੰਘ ਨੇ ਭਾਈ ਸਾਹਿਬ ਕੋਲੋਂ ਕਥਾ ਸੁਣਦੇ ਨੇ, ਇਹਨਾਂ ਦੇ ਹਿਰਦਿਆਂ ਵਿੱਚ ਗੁਰੂ ਕੀ ਪ੍ਰੀਤ ਜਾਗ ਰਹੀ ਹੈ। ਦੇਖੋ ਕਹਾਂ ਚਲਿਤ ਕਰ ਗਏ, ਕਹਿੰਦੇ ਵੇਖੋ ਜੀ ਸਤਿਗੁਰੂ ਜੀ ਨੇ ਕੀ ਭਾਣਾ ਵਰਤਾਇਆ ਹੈ। ਰਣ ਮਹਾਨ ਕਮ ਸਾਨਨ ਕਏ, ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਜੰਗਾਂ ਲੜੀਆਂ ਨੇ, ਬੜੇ ਬੜੇ ਘਮਾਸਾਨ ਜੰਗ ਯੁੱਧ ਹੋਏ ਨੇ। ਚਮਕੌਰ ਦੀ ਗੜੀ ਦਾ ਬੜਾ ਵੱਡਾ ਭਿਆਨਕ ਜੰਗ ਹੋਇਆ ਹੈ। ਲੱਖੋਂ ਸ਼ਤੁਰਨ ਕੋ ਸੰਘਰ ਕੈ, ਹਜ਼ਾਰਾਂ ਦੁਸ਼ਮਣਾਂ ਨੂੰ, ਲੱਖਾਂ ਦੁਸ਼ਮਣਾਂ ਨੂੰ ਰਣ ਭੂਮੀ 'ਚ ਸਤਿਗੁਰੂ ਜੀ ਨੇ ਮਾਰਿਆ ਹੈ। ਪੰਥ ਖਾਲਸਾ ਉਤਪਤ ਕਰ ਕੈ, ਔਰ ਖਾਲਸੇ ਪੰਥ ਦੀ ਉਤਪਤੀ ਕੀਤੀ, ਸਤਿਗੁਰੂ ਜੀ ਨੇ ਪੰਥ ਖਾਲਸਾ ਬਣਾਇਆ। ਹੱਥ ਪੇ ਚਾਰੋਂ ਸਾਹਿਬਜ਼ਾਦੇ, ਕਲਗੀਧਰ ਜੀ ਦੇ ਚਾਰੋਂ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਜੰਗ 'ਚ ਸ਼ਹੀਦੀ ਪਾ ਗਏ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਤੋ ਯੁੱਧ ਮੈਂ ਬਹੁ ਐਲਾ ਦੇ, ਪਰ ਕਲਗੀਧਰ ਪਾਤਸ਼ਾਹ ਜੀ ਜੰਗ ਦੇ ਮੈਦਾਨ 'ਚ ਫਿਰ ਵੀ ਖਿੜੇ ਮੱਥੇ ਵੈਰੀਆਂ ਨਾਲ ਲੜਦੇ ਰਹੇ। ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰਾਂ ਦੇ ਮਨ ਅੰਦਰ ਕੋਈ ਨਮੋਸ਼ੀ ਨਹੀਂ ਆਈ। ਲੇਸ਼ ਮਾਤਰ ਜਿਨ ਮੋਹ ਨਾ ਹੋਇਓ, ਲੇਸ਼ ਮਾਤਰ ਵੀ ਮੋਹ ਨਹੀਂ ਆਇਆ ਸਤਿਗੁਰਾਂ ਦੇ ਹਿਰਦੇ 'ਚ। ਰੰਚਕ ਭਰ ਵੀ ਕਿਤੇ ਮਮਤਾ ਦੀ ਬਿਰਤੀ ਨਹੀਂ ਆਈ। ਮਹਾਵੀਰ ਸ਼ਤੁਰਨ ਕਰ ਖੋਇਓ, ਸਤਿਗੁਰੂ ਜੀ ਮਹਾਵੀਰ ਯੋਧੇ ਨੇ, ਜਿਨ੍ਹਾਂ ਨੇ ਆਪਣੇ ਵੱਡੇ ਯੋਧੇ ਦੁਸ਼ਮਣ ਜਿਹੜੇ ਸਨ ਸਤਿਗੁਰਾਂ ਦੇ ਘਰ ਦੇ, ਉਹਨਾਂ ਦੇ ਘਰ ਖੋਹ ਦਿੱਤੇ। ਯਾਨੀ ਕਿ ਵੱਡੇ ਵੱਡੇ ਯੋਧੇ ਕਹਾਉਣ ਵਾਲੇ ਹਰੀ ਚੰਦ ਵਰਗੇ, ਰਾਜੇ ਕੇਸਰੀ ਚੰਦ ਵਰਗੇ ਮਾਰ ਕੇ ਮਿੱਟੀ 'ਚ ਕਲਗੀਧਰ ਜੀ ਨੇ ਗਰਕ ਕਰਕੇ ਰੱਖ ਦਿੱਤੇ, ਜਿਹੜੇ ਹੁਣ ਭਾਲਿਆ ਨਹੀਂ ਥਿਆਂਦੇ। ਜਿਉ ਚਿਤ ਚੈਤ ਕਰਤ ਤਤਕਾਲਾ, ਸਤਿਗੁਰੂ ਜੀ ਜੋ ਚਾਹਣ ਤਤਕਾਲ ਉਹੀ ਕੁਝ ਕਰਨ ਦੀ ਸਮਰੱਥਾ ਰੱਖਦੇ ਨੇ। ਤੋ ਚਲੇ ਜਿਮ ਨਰ ਗਨ ਚਾਲਾ, ਸਤਿਗੁਰੂ ਫਿਰ ਵੀ ਜਿਵੇਂ ਸੰਸਾਰੀ ਮਨੁੱਖ ਚੱਲਦੇ ਆ, ਉਦਾਂ ਸਤਿਗੁਰੂ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਹ ਸਭ ਕੁਝ ਕੀਤਾ। ਜੋ ਚਾਹਣ ਕਰਨ ਦੀ ਸਮਰੱਥਾ ਰੱਖਦੇ ਨੇ, ਫਿਰ ਵੀ ਸਤਿਗੁਰੂ ਜੀ ਨੇ ਮਾਨਵੀ ਲੀਲਾ ਦਾ ਠਾਠ ਰਚਿਆ ਹੈ। ਜਿਨ ਮੈਂ ਅਤ ਉਤਸਾਹ ਥਿਰਿਓ ਹੈ, ਕਹਿੰਦੇ ਜਿਨ੍ਹਾਂ ਵਿੱਚ ਐਸਾ ਭਾਰੀ ਉਤਸ਼ਾਹ ਥਿਰ ਹੋਇਆ ਕਿ ਖਾਲਸਾ ਜੀ ਸਭ ਕੁਝ ਖੋਇਆ ਗਿਆ, ਸਭ ਕੁਝ ਕੁਰਬਾਨ ਕਰ ਦਿੱਤਾ। ਪਰਿਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਤੇ ਮੁਕਤਸਰ ਸਾਹਿਬ ਦੇ ਜੰਗ 'ਚ ਆ ਕੇ ਫਿਰ ਉਸੇ ਉਤਸ਼ਾਹ ਨਾਲ ਲੜ ਰਹੇ ਨੇ। ਮਨ 'ਚ ਕਿਸੇ ਪ੍ਰਕਾਰ ਦੀ ਨਮੋਸ਼ੀ ਨਹੀਂ, ਸਗੋਂ ਭਾਰੀ ਉਤਸ਼ਾਹ ਨਾਲ ਸਤਿਗੁਰੂ ਜੀ ਦਾ ਹਿਰਦਾ ਭਰਿਆ ਹੋਇਆ ਹੈ। ਆਗੇ ਅਸ ਕਿਨਹੂ ਨਾ ਕਰਿਓ ਹੈ, ਇੰਨਾ ਵੱਡਾ ਉਤਸ਼ਾਹ ਕੇਵਲ ਕਲਗੀਧਰ ਜੀ ਦੇ ਅੰਦਰ ਹੈ, ਪਹਿਲਾਂ ਕਦੇ ਕਿਸੇ ਦੇ ਹਿਰਦੇ 'ਚ ਨਹੀਂ ਹੋਇਆ। ਬੜੇ ਬੜੇ ਧਨਰ ਯੋਧੇ ਹੋਏ, ਜਦੋਂ ਕਿਤੇ ਉਹਨਾਂ ਦੇ ਪੁੱਤਰ ਜਾਂ ਉਹਨਾਂ ਦੇ ਨਜ਼ਦੀਕੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੋਏ ਤਾਂ ਉਹਨਾਂ ਦੇ ਹੱਥਾਂ 'ਚੋਂ ਹਥਿਆਰ ਡਿੱਗ ਗਏ, ਉਹਨਾਂ ਨੇ ਅੰਦਰ ਲੜਨ ਦੀ ਹਿੰਮਤ ਪੈਦਾ ਨਹੀਂ ਹੋਈ। ਇੱਕ ਕਲਗੀਧਰ ਪਾਤਸ਼ਾਹ ਐਸੇ ਹਨ ਜਿਨ੍ਹਾਂ ਅੰਦਰ ਐਸਾ ਉਤਸ਼ਾਹ ਹੈ, ਚਾਰੇ ਪੁੱਤਰ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਐ ਤੇ ਫਿਰ ਵੀ ਹੱਥ ਵਿੱਚ ਤਲਵਾਰ ਪਕੜ ਕੇ ਵੈਰੀ ਦੇ ਨਾਲ ਜੂਝਣ ਨੂੰ ਤਿਆਰ ਖੜੇ ਨੇ ਔਰ ਕਹਿ ਰਹੇ ਨੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਮਾਣ ਤੇ ਇਹ ਸਨਮਾਨ ਕੇਵਲ ਕਲਗੀਧਰ ਪਾਤਸ਼ਾਹ ਦੇ ਹਿੱਸੇ ਆਉਂਦਾ ਹੈ। ਸਤਿ ਸ੍ਰੀ ਅਕਾਲ। ਅੱਜ ਅਸੀਂ ਢੈਂਦੀ ਕਲਾ ਵਿੱਚ ਜਾ ਕੇ ਸੁਰਤ ਨੂੰ ਢੈਂਦੀ ਕਲਾ 'ਚ ਲਿਜਾ ਕੇ ਢੈਂਦੀ ਕਲਾ ਦੀਆਂ ਹੀ ਗੱਲਾਂ ਕਰਦੇ ਆਂ। ਹਾਏ ਸਾਡਾ ਘਾਟਾ ਹੋ ਰਿਹਾ, ਵਿਸ਼ਲੇਸ਼ਣ ਹੋਣਾ ਚਾਹੀਦਾ ਹੈ, ਵੇਖਣਾ ਚਾਹੀਦਾ ਕਿਤੇ ਸਾਡੇ ਕਮੀ ਹੈ। ਪਰ ਹਰ ਵੇਲੇ ਢੈਂਦੀ ਕਲਾ ਦੀ ਬਿਰਤੀ ਰੱਖ ਕੇ ਨਮੋਸ਼ੀ ਵਿੱਚ ਹੀ ਜੀਵਣਾ ਇਹ ਸਿੱਖ ਦਾ ਕਰਤੱਵ ਨਹੀਂ। ਇੱਥੇ ਤਾਂ ਦੋ ਰਹਿ ਗਏ ਇਕੱਲੇ, ਦੋ ਗਰਜਾ ਸਿੰਘ ਤੇ ਬੋਤਾ ਸਿੰਘ। ਦੋਹਾਂ ਨੇ ਮਨ 'ਚ ਨਮੋਸ਼ੀ ਨਹੀਂ ਰੱਖੀ, ਸਗੋਂ ਭਾਰੀ ਉਤਸ਼ਾਹ ਦੇ ਸਹਿਤ ਲੜਨ ਦੀ ਬਿਰਤੀ ਰੱਖੀ ਕਿ ਜਦੋਂ ਤੱਕ ਅਸੀਂ ਦੋ ਬੈਠੇ ਆ, ਮਤਾ ਕਿਤੇ ਸਰਕਾਰ ਨੂੰ ਇਹ ਭੁਲੇਖਾ ਪੈ ਜਾਏ ਕਿ ਸਿੰਘ ਮੁੱਕ ਗਏ ਨੇ, ਅਸੀਂ ਹਾਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਐ।
ਕਲਗੀਧਰ ਜੀ ਨਾਲ ਕੇਵਲ 3 ਸਿੰਘ ਹੀ ਬਾਕੀ ਜਿੰਦਾ ਰਹਿ ਗਏ ਸਨ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ। ਪਰ ਪਾਤਸ਼ਾਹ ਨੇ ਕਿਤੇ ਵੇਖਿਆ ਵੀ ਕਿਤੇ ਢੈਂਦੀ ਕਲਾ ਦੀ ਬਾਤ ਆਈ ਹੋਵੇ। ਮਾਛੀਵਾੜੇ ਆਉਂਦੇ ਐ, ਗੁਲਾਬੇ ਦੇ ਘਰ ਵਿੱਚ ਆਪਣੇ ਕਮਰ ਕੱਸੇ ਦੇ ਤਵੰਚੇ ਨਾਲ, ਪਿਸਤੌਲ ਦੇ ਨਾਲ ਮਹਾਰਾਜ ਜੀ ਸ਼ਿਕਾਰ ਖੇਡਦੇ ਐ। ਗੁਲਾਬਾ ਕਹਿੰਦਾ ਮਹਾਰਾਜ ਲੁਕ ਕੇ ਸਮਾਂ ਪਾਸ ਕਰੋ, ਨਾਲ ਕਾਜੀ ਮੌਲਵੀ ਨੇ। ਮਹਾਰਾਜ ਜੀ ਕਹਿਣ ਲੱਗੇ ਗੁਲਾਬਿਆ ਇਹ ਸਾਡੀ ਲੀਲਾ ਹੈ। ਸੋ ਕਹਿਣ ਤੋਂ ਭਾਵ ਭਾਰੀ ਉਤਸ਼ਾਹ ਨਾਲ ਸਤਿਗੁਰੂ ਜੀ ਆਪ ਭਰੇ ਨੇ ਔਰ ਆਪਣੇ ਪੰਥ ਨੂੰ ਉਤਸ਼ਾਹ ਦਿੱਤਾ ਹੈ। ਵੱਡਾ ਘੱਲੂਘਾਰਾ ਹੋਇਆ ਕੋਪਰਹੀੜ ਦੇ ਮੈਦਾਨ ਵਿੱਚ 40,000 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਅਬਦਾਲੀ ਹਾਲੇ ਕੇਵਲ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁ ਦੂਰੀ ਤੇ ਗਿਆ ਹੀ ਸੀ ਕਿ ਇਧਰ ਸਿੰਘ ਫਿਰ ਦੁਬਾਰਾ ਜਾ ਕਰਕੇ ਅਬਦਾਲੀ ਨੂੰ ਉਸੇ ਹੱਲੇ ਦੇ ਵਿੱਚ ਜਾ ਕੇ ਰੋਕਦੇ ਆ, ਲੜਦੇ ਆ ਔਰ ਦਰਬਾਰ ਸਾਹਿਬ ਦੀ ਜਾ ਕੇ ਸੇਵਾ ਕਰਾਉਂਦੇ ਆ। ਇਹ ਪੰਥ ਵਿੱਚ ਮਹਾਰਾਜ ਜੀ ਨੇ ਉਤਸ਼ਾਹ ਭਰਿਆ। ਇਹ ਪੰਥ ਨਮੋਸ਼ੀ ਵਾਲਾ ਪੰਥ ਨਹੀਂ, ਇਹ ਪੰਥ ਨੂੰ ਮਹਾਰਾਜ ਜੀ ਨੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਬਿਰਤੀ ਪ੍ਰਦਾਨ ਕੀਤੀ ਹੈ। ਬੰਦ ਕੱਟੇ ਜਾਣ ਤੇ ਵੀ ਇਹ ਚੜ੍ਹਦੀ ਕਲਾ 'ਚ ਰਹਿੰਦਾ ਹੈ, ਖੋਪਰ ਉਤਰਦਿਆਂ ਹੋਇਆਂ ਵੀ ਚੜ੍ਹਦੀ ਕਲਾ 'ਚ ਰਹਿੰਦਾ। ਕਦੇ ਨਮੋਸ਼ੀ ਤੇ ਢੈਂਦੀ ਕਲਾ ਦੀ ਬਾਤ ਇਹ ਪੰਥ ਨਹੀਂ ਕਰਦਾ। ਇਹ ਕਲਗੀਧਰ ਦਾ ਪੰਥ ਹੈ। ਇੱਥੇ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜੈਸਾ ਉਤਸ਼ਾਹ ਗੁਰੂ ਕਲਗੀਧਰ ਵਿੱਚ ਹੈ, ਆਗਾ ਅਸ ਕਿਨਹੂ ਨਾ ਕਰਿਓ ਹੈ। ਅੱਗੇ ਕਦੇ ਐਸਾ ਉਤਸ਼ਾਹ ਕਿਸੇ 'ਚ ਨਹੀਂ ਵੇਖਿਆ। ਅਧਿਪਤ ਅਧਿਕ ਨੂਰੰਗਾ ਪਇਓ। ਔਰੰਗਜ਼ੇਬ ਕਿੱਡਾ ਵੱਡਾ ਬਾਦਸ਼ਾਹ ਸੀ ਹਿੰਦੁਸਤਾਨ ਦਾ, ਚੱਕਰਵਰਤੀ ਰਾਜਾ ਸਦਾਉਂਦਾ ਸੀ। ਸਭ ਦੇਸ਼ਨ ਕੋ ਰਾਜਾ ਥਇਓ। ਭਾਈ ਸੂਬੇ ਨੇ ਆਪਣੇ ਅਧੀਨ ਕੀਤੇ ਹੋਏ ਗੋਲਕੁੰਡੇ ਵਰਗੇ ਕਿਲੇ ਵੀ ਜਿੱਤ ਕੇ ਅਧੀਨ ਕਰ ਲਏ। ਦਵੈ ਬਿਸੰਤ ਲਚ ਸੈਨਾ ਸੰਗ। ਏਡਾ ਵੱਡਾ ਬਾਦਸ਼ਾਹ ਸੀ, 22 ਲੱਖ ਫੌਜਾਂ ਸਨ ਔਰੰਗੇ ਦੇ ਪਾਸ। 22 ਲੱਖ ਫੌਜ ਦਾ ਮਾਲਕ ਸੀ। 10,000 ਤੋਪੇ ਗੱਡ ਪੰਗ। 10,000 ਤੋਪਾਂ ਦਾ ਮਾਲਕ ਸੀ। ਉਹ ਤੋਪਾਂ ਜਿਹੜੀਆਂ ਵੱਡਿਆਂ ਕਿਲਿਆਂ ਨੂੰ ਤੋੜ ਕੇ ਮਿੱਟੀ 'ਚ ਗਰਕ ਕਰ ਦਿੰਦੀਆਂ ਸੀ। ਵੱਡੇ ਕਿਲਿਆਂ ਨੂੰ ਭੰਨ ਦੇਣ ਵਾਲੀਆਂ 10,000 ਤੋਪਾਂ ਦਾ ਮਾਲਕ ਸੀ। ਔਰ 50,000 ਜਮੂਰੇ। ਔਰ 50,000 ਛੋਟੀਆਂ ਤੋਪਾਂ ਇਹਦੇ ਪਾਸ ਸਨ। ਅਰੇ ਉਹਨਾਂ ਕੋ ਕੀਨਸ ਸਭ ਚੂਰੇ। ਕੋਈ ਇਹਦੇ ਸਾਹਮਣੇ ਅੜ ਨਹੀਂ ਸਕਿਆ। ਜਿਹੜਾ ਅੜਿਆ ਉਹਨੂੰ ਔਰੰਗਜ਼ੇਬ ਨੇ ਚੂਰ ਕਰਕੇ ਆਪਣੇ ਅਧੀਨ ਕਰ ਲਿਆ। ਅਪਰ ਸੈਨ ਜੋ ਰਾਜਨ ਕੇਰੀ। 22 ਲੱਖ ਤਾਂ ਇਹਦੀ ਆਪਣੀ ਫੌਜ ਸੀ। ਉਹਦੇ ਤੋਂ ਇਲਾਵਾ ਜਿਹੜੀ ਸੂਬੇਦਾਰਾਂ ਕੋਲ ਫੌਜਾਂ ਸਨ, ਹੋਰ ਰਾਜੇ ਜਿਹੜੇ ਇਹਦੇ ਮਤਹਿਤ ਸਨ, ਉਹਨਾਂ ਦੀਆਂ ਸੈਨਾਵਾਂ ਫੌਜਾਂ ਸਨ। ਕਨੇ ਕੌਣ ਸੰਗ ਚਲੀ ਕਨੇਰੀ। ਉਹ ਫੌਜਾਂ ਵੀ ਆਪਣੇ ਨਾਲ ਰਲਾ ਲੈਂਦਾ ਸੀ ਔਰੰਗਜ਼ੇਬ। ਜਦੋਂ ਚੜ੍ਹਾਈ ਕਰਦਾ ਸੀ ਇਹਦੀ ਫੌਜ ਦੀ ਗਿਣਤੀ ਨਹੀਂ ਸੀ ਹੁੰਦੀ। ਜਿਸ ਕੋ ਤੇਜ ਸਹੇ ਨੈ ਕੋ। ਇਹਦਾ ਤੇਜ ਸੀ ਔਰੰਗਜ਼ੇਬ ਦਾ ਵੀ, ਇਹਦਾ ਤੇਜ ਇਹਦਾ ਹੱਲਾ ਕੋਈ ਝੱਲ ਨਹੀਂ ਸੀ ਸਕਦਾ। ਸਕਲ ਮਿਲੇ ਬੰਦੇ ਕਰ ਦੋ। ਵੱਡੇ ਰਾਜੇ, ਚੱਕਰਵਰਤੀ ਰਾਜੇ, ਉਹ ਇਹਦੇ ਅੱਗੇ ਹੱਥ ਜੋੜ ਕੇ ਇਹਦੀ ਅਧੀਨਗੀ ਪ੍ਰਵਾਨ ਕਰਕੇ ਇਹਨੂੰ ਮਿਲਦੇ ਸਨ। ਤੈਸੋਂ ਅਰ ਕੈ ਕਰਨ ਲੜਾਈ। ਉਸ ਔਰੰਗਜ਼ੇਬ ਦੇ ਸਾਹਮਣੇ ਅੜ ਕੇ, ਉਹਦੇ ਵੱਡੇ ਜਰਨੈਲਾਂ ਨਾਲ ਅੜ ਕੇ ਲੜਾਈ ਕਰਨੀ, ਜੰਗ ਕਰਨਾ, ਇਹ ਕੇਵਲ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ ਆਇਆ ਹੈ। ਸਿੰਘ ਅਲਪਲੇ ਸੰਗ ਸਹਾਈ। ਫਿਰ 10 ਲੱਖ ਦੁਸ਼ਮਣ ਦੀ ਫੌਜ 40 ਸਿੰਘ ਲੈ ਕੇ ਉਹਨਾਂ ਦੇ ਨਾਲ ਲੜ ਰਹੇ ਨੇ। ਥੋੜੇ ਸਿੰਘ ਲੈ ਕੇ ਬਹੁਤੀ ਦੁਸ਼ਮਣ ਦੀ ਫੌਜ ਨਾਲ ਲੜ ਰਹੇ ਨੇ। ਐਸੇ ਮਹਾਵੀਰ ਯੋਧੇ ਸੂਰਮੇ ਸਤਿਗੁਰੂ ਗੁਰੂ ਕਲਗੀਧਰ ਜੀ ਹਨ। ਗੁਰ ਬਿਨ ਸਮਰੱਥ ਅਪਰ ਨ ਲਈਏ। ਤਿਸ ਕਲਗੀਧਰ ਕੇ ਗੁਣ ਕਹੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਸੀ ਔਰੰਗਜ਼ੇਬ ਦੇ ਨਾਲ ਮੱਥਾ ਲਾਉਣ ਵਿੱਚ। ਔਰੰਗਜ਼ੇਬ ਨਾਲ ਲੜਨ ਵਾਸਤੇ ਕੇਵਲ ਕਲਗੀਧਰ ਸਮਰੱਥ ਸਨ। ਹੇ ਭਾਈ ਰਾਮ ਕੋਇਰ ਸਾਹਿਬ, ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਦੀ ਸਾਨੂੰ ਕਥਾ ਸੁਣਾਓ, ਉਹਨਾਂ ਦੇ ਗੁਣ ਸਾਨੂੰ ਸਰਵਣ ਕਰਾਓ। ਅਸ ਤੁਰਕਨ ਕੀ ਜਰਾਂ ਉਖਾਰੀ। ਜਿਨ੍ਹਾਂ ਨੇ ਮਲੇਛਾਂ ਤੇ ਤੁਰਕਾਂ ਦੀਆਂ ਜੜਾਂ
ਜੋ 700 ਸਾਲ ਤੋਂ ਲੰਮੇਰੇ ਸਮੇਂ ਤੱਕ ਹਿੰਦੁਸਤਾਨ 'ਚ ਲੱਗੀਆਂ ਹੋਈਆਂ ਸੀ। ਕੀਨ ਰਾਜ ਬੋ ਪੁਸ਼ਤਨ ਪਾਰੀ, ਜਿਨ੍ਹਾਂ ਨੇ ਕਦੇ ਪਠਾਨ ਬਣ ਕੇ ਕਦੇ ਮੁਗਲ ਬਣ ਕੇ ਪੁਸ਼ ਦਰ ਪੁਸ਼ਤਾ ਰਾਜ ਕੀਤਾ। ਕੀਰਗ ਦੁਰਗ ਮਵਾਸ ਬਡੇਰੇ, ਦੇ ਵੱਡੇ ਵੱਡੇ ਕਿਲੇ ਤੇ ਉਹਨਾਂ ਕਿਲਿਆਂ ਵਿੱਚ ਬਾਗੀ ਹੋ ਕੇ ਆਕੀ ਹੋ ਕੇ ਰਹਿਣ ਵਾਲੇ ਸਨ। ਹੋਏ 400 ਪਰੇ ਨਾਹੇਰੇ, ਕਹਿੰਦੇ ਉਹ ਛਾਰ ਹੋ ਗਏ, ਅੱਜ ਉਹ ਨਜ਼ਰ ਨਹੀਂ ਆਉਂਦੇ। ਕਲਗੀਧਰ ਤੇ ਕਲਗੀਧਰ ਦੇ ਪੰਥ ਦਾ ਪ੍ਰਤਾਪ ਹੈ। ਭਾਈ ਰਾਮ ਕੋਇਰ ਤੁਮ ਲਹੋ, ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਕਲਗੀਧਰ ਜੀ ਦਾ ਸਾਰਾ ਇਤਿਹਾਸ ਜਾਣਦੇ ਹੋ। ਸਰਬ ਰੀਤ ਸੋ ਸਮਰਥ ਆਹੋ, ਔਰ ਸਰਬ ਰੀਤੀ ਨਾਲ ਸੁਣਾਉਣ ਵਿੱਚ ਸਮਰੱਥ ਹੋ। ਕਰੋ ਲਿਖਾਵਨ ਗੁਰ ਕੀ ਕਥਾ, ਭਾਈ ਸਾਹਿਬ ਜੀ ਇਹ ਤੁਹਾਡਾ ਬੜਾ ਉਪਕਾਰ ਹੋਵੇਗਾ ਜੇ ਤੁਸੀਂ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਲਿਖਤ ਵਿੱਚ ਲਿਖਵਾ ਦਿਓ। ਵੇਖੀ ਸੁਣੀ ਸੁਣਾਵੋ ਤਥਾ, ਵੇਖਿਆ ਆਪ ਜੀ ਨੇ ਜਾਂ ਜਿਵੇਂ ਸੁਣਿਆ ਹੈ ਗੁਰੂ ਸਾਹਿਬ ਦਾ ਇਤਿਹਾਸ ਉਸੇ ਤਰ੍ਹਾਂ ਸਾਨੂੰ ਸਰਵਣ ਕਰਾਓ। ਪ੍ਰਥਮੇ ਅਸ਼ਟ ਗੁਰਨ ਕੀ ਕਥਾ, ਸਾਨੂੰ ਅਸ਼ਟ ਗੁਰੂ ਦਾ ਯਾਨੀ ਕਿ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਾਨੂੰ 8 ਗੁਰੂ ਸਾਹਿਬਾਨਾਂ ਦੀ ਕਥਾ ਸਰਵਣ ਕਰਵਾਓ। ਕਰੋ ਸੁਨਾਵਨ ਭੀ ਜਗ ਜਥਾ, ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਤਾਂ ਅਸੀਂ ਸੁਣੀ ਹੈ। ਗੁਰੂ ਅੰਗਦ ਸਾਹਿਬ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਜੈਸੀ ਕਥਾ ਗੁਰੂ ਸਾਹਿਬ ਜੀ ਦੀ ਹੈ। ਹੇ ਭਾਈ ਰਾਮ ਕੋਇਰ ਸਾਹਿਬ ਜੀ ਪਹਿਲਾਂ ਸਾਨੂੰ ਉਹ ਸਰਵਣ ਕਰਾਓ। ਜਿਮ ਚਰਿਤ੍ਰ ਬਰ ਅਨੇਕ ਪ੍ਰਕਾਰੇ, ਸ੍ਰੇਸ਼ਟ ਚਰਿੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਤੇ ਹਨ। ਕਰ ਨਰ ਸਿੱਖ ਸਮੂਹ ਉਧਾਰੇ, ਇਹਨਾਂ ਨੇ ਅਨੇਕ ਪ੍ਰਕਾਰ ਦੇ ਕੌਤਕ ਕਰਕੇ ਅਨੇਕਾਂ ਸੇਵਕਾਂ ਤੇ ਸਿੱਖਾਂ ਦਾ ਉਧਾਰ ਕੀਤਾ ਹੈ। ਪਾਛੇ ਸੰਗਤ ਸਿੱਖ ਸਮਾਜੋ, ਔਰ ਬਾਅਦ ਵਿੱਚ ਬੇਅੰਤ ਸਿੱਖ ਸੰਗਤਾਂ ਦਾ ਸਮਾਜ। ਪੰਥ ਖਾਲਸਾ ਸਿੰਘਨ ਰਾਜੂ, ਪੰਥ ਖਾਲਸਾ ਤੇ ਸਿੰਘਾਂ ਦਾ ਜੋ ਰਾਜ ਹੈ। ਪਟਬੇ ਤੇ ਗੁਰ ਕੋ ਜਸ ਜਾਣੇ, ਉਹ ਬਾਅਦ ਵਿੱਚ ਇਹ ਸਾਰਾ ਇਤਿਹਾਸ ਪੜ੍ਹਨਗੇ ਤੇ ਉਹਨਾਂ ਨੂੰ ਗੁਰ ਇਤਿਹਾਸ ਦੀ ਜਾਣਕਾਰੀ ਹੋਵੇਗੀ। ਭਾਈ ਸਾਹਿਬ ਜੇ ਤੁਸੀਂ ਇਹ ਸਾਰੀ ਕਥਾ ਸੁਣਾ ਕੇ ਲਿਖਾ ਦਿਓ ਤੇ ਬਾਅਦ ਵਿੱਚ ਜਿਤਨਾ ਪੰਥ ਖਾਲਸਾ ਸਿੱਖ ਸਮੁਦਾਇ ਹੋਵੇਗਾ ਉਹ ਇਸ ਇਤਿਹਾਸ ਨੂੰ ਪੜ੍ਹ ਕੇ ਗੁਰ ਇਤਿਹਾਸ ਤੋਂ ਜਾਣੂ ਹੋਣਗੇ। ਸੁਮਤਵੰਤ ਬੋ ਭਾਂਤ ਬਖਾਨੇ, ਮਤਵੰਤ ਬਹੁ ਪ੍ਰਕਾਰ ਨਾਲ ਵਿਖਿਆਨ ਕਰਨਗੇ। ਹੋਏ ਗੁਰ ਸਿੱਖਨ ਕੀ ਕਲਿਆਣ, ਔਰ ਇਸ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਬਹੁਤੇ ਸਿੱਖਾਂ ਦੀ ਕਲਿਆਣ ਤੇ ਉਧਾਰ ਹੋਵੇਗਾ। ਅਪਰ ਤਰੀ ਸ਼ਰਦਾ ਸੁਨ ਕਾਨ, ਔਰ ਹੋਰ ਵੀ ਬਹੁਤੇ ਪ੍ਰਾਣੀ ਇਸ ਕਥਾ ਨੂੰ ਸੁਣ ਕੇ ਆਨ ਮਤਾਂ ਦੇ ਆਪਣੇ ਹਿਰਦੇ 'ਚ ਸ਼ਰਧਾ ਧਾਰਨ ਕਰਨਗੇ। ਇਸ ਕਥਾ ਨੂੰ ਹੋਰ ਮਤਾਂ ਦੇ ਵੀ ਬਹੁਤ ਸਾਰੇ ਪ੍ਰਾਣੀ ਸੁਣਨਗੇ, ਜਿਸ ਨੂੰ ਸੁਣਦਿਆਂ ਉਹਨਾਂ ਦੇ ਮਨ 'ਚ ਸ਼ਰਧਾ ਭਾਵਨਾ ਆਵੇਗੀ। ਸਭ ਹਿਨ ਪਰ ਤੁਮਰੋ ਉਪਕਾਰ, ਭਾਈ ਰਾਮ ਕੋਇਰ ਸਾਹਿਬ ਜੀ ਤੁਹਾਡਾ ਉਪਕਾਰ ਹੋਵੇਗਾ ਇਹ ਸਾਰਿਆਂ ਤੇ ਜਦੋਂ ਤੁਸੀਂ ਇਸ ਕਥਾ ਨੂੰ ਸੁਣਾ ਕੇ ਲਿਖਾਓਗੇ। ਸੁਨ ਸੁਨ ਲੈ ਗੁਰਮਤ ਕੋ ਧਾਰ, ਜਿਹੜਾ ਸੁਣੇਗਾ ਇਸ ਕਥਾ ਨੂੰ ਸੁਣ ਕੇ ਤਿਨਾਂ ਨੂੰ ਗੁਰੂ ਕੀ ਮੱਤ ਪ੍ਰਾਪਤ ਹੋਵੇਗੀ। ਸਭ ਸਿੰਘਨ ਕੀ ਬਿਨਤੀ ਸੁਨ ਕੇ, ਜਦੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਸਾਰੇ ਸਿੰਘਾਂ ਦੀ ਇਹ ਬੇਨਤੀ ਸੁਣੀ। ਭਾਈ ਰਾਮ ਕੋਇਰ ਸ਼ੁਭ ਗੁਣ ਕਹਿ, ਭਾਈ ਰਾਮ ਕੋਇਰ ਸਾਹਿਬ ਨੇ ਵਿਚਾਰਿਆ ਦੂਰੰਦੇਸ਼ੀ ਬਿਰਤੀ ਨਾਲ ਕਿ ਬੜੀ ਭਲੀ ਬਾਤ ਕਹਿ ਰਹੇ ਹਨ। ਗੁਰੂ ਸਾਹਿਬ ਦਾ ਇਤਿਹਾਸ ਜੋ ਅਸੀਂ ਵੇਖਿਆ ਸੁਣਿਆ ਉਹ ਲਿਖਾ ਦਈਏ ਉਚਾਰਨ ਕਰਕੇ, ਲਿਖਿਆ ਹੋਇਆ ਪੰਥ 'ਚ ਸਾਂਭਿਆ ਰਹੇਗਾ। ਇਹ ਚੰਗੀ ਵਿਚਾਰ ਭਾਈ ਸਾਹਿਬ ਜੀ ਦੇ ਮਨ ਨੂੰ ਚੰਗੀ ਲੱਗੀ। ਸਾਹਿਬ ਸਿੰਘ ਲਿਖਾਰੀ ਲਾਏ, ਭਾਈ ਸਾਹਿਬ ਜੀ ਨੇ ਭਾਈ ਰਾਮ ਕੋਇਰ ਸਾਹਿਬ ਜੀ ਨੇ ਭਾਈ ਸਾਹਿਬ ਸਿੰਘ ਜੀ ਲਿਖਾਰੀ ਦੀ ਡਿਊਟੀ ਲਾਈ ਕਿ ਤੁਸੀਂ ਇਹ ਸਾਰੀ ਕਥਾ ਲਿਖੋ। ਸਭ ਸਤਿਗੁਰ ਕੀ ਕਥਾ ਲਿਖਾਏ, ਸਾਰੇ ਸਤਿਗੁਰਾਂ ਦੀ ਕਥਾ ਜਿਹੜੀ ਹੈ ਦੂਸਰੇ ਪਾਤਸ਼ਾਹ ਤੋਂ ਲੈ ਕੇ 10ਵੇਂ ਗੁਰਦੇਵ ਦੀ ਕਥਾ ਉਹ ਭਾਈ ਸਾਹਿਬ ਸਿੰਘ ਜੀ ਪਾਸੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਉਚਾਰਨ ਕਰਕੇ ਲਿਖਵਾਈ। ਅਪਰ ਸਿੰਘ ਸੁਣ ਬੇਗਨ ਲਾਗੇ, ਜਿੰਨੇ ਸਿੰਘ ਸਨ ਕੋਲ ਬੈਠ ਕੇ ਸੁਣਦੇ ਸੀ। ਭਾਈ ਰਾਮ ਕੋਇਰ ਸਾਹਿਬ ਜੀ ਕਥਾ ਸੁਣਾਉਂਦੇ ਨੇ ਔਰ ਭਾਈ ਸਾਹਿਬ ਸਿੰਘ ਜੀ ਲਿਖਾਰੀ ਲਿਖਦੇ ਨੇ। ਸ਼੍ਰੀ ਗੁਣ ਕੇ ਗੁਣ ਸੋ ਅਨੁਰਾਗੇ, ਸਾਹਿਬ ਜੀ ਦੇ ਗੁਣ ਸੁਣ ਕੇ
ਸਰੋਤਿਆਂ ਦੇ ਹਿਰਦਿਆਂ 'ਚ ਗੁਰੂ ਸਾਹਿਬ ਜੀ ਦਾ ਅਨੁਰਾਗ, ਸਤਿਗੁਰਾਂ ਦਾ ਪ੍ਰੇਮ ਜਾਗਦਾ ਹੈ। ਜੁਗ ਲੋਕਨ ਮੈਂ ਦੇ ਕਲਿਆਣ, ਦੋਨਾਂ ਜਹਾਨਾਂ ਵਿੱਚ ਸਤਿਗੁਰੂ ਜੀ ਆਪਣਿਆਂ ਸੇਵਕਾਂ ਨੂੰ ਕਲਿਆਣ ਤੇ ਮੁਕਤੀ ਦਾ ਦਾਨ ਦੇ ਕੇ ਨਵਾਜਦੇ ਹਨ। ਮਹਾ ਮਹਾਤਮ ਸੁਣ ਬੇਕਾਨ, ਔਰ ਬੜਾ ਮਹਾਤਮ ਹੈ ਖਾਲਸਾ ਜੀ ਇਸ ਕਥਾ ਨੂੰ ਸੁਣਨ ਦਾ। ਬੜਾ ਵੱਡਾ ਪੁੰਨ ਹੈ, ਪਰਉਪਕਾਰ ਹੈ ਸਤਿਗੁਰਾਂ ਦਾ ਇਸ ਕਥਾ ਵਿੱਚ। ਸੁਤ ਬਿਤਿਆਦਿਕ ਕੀ ਸੁਖ ਦਾਤਾ, ਭਾਈ ਜਿਹੜੇ ਇਸ ਕਥਾ ਨੂੰ ਸੁਣਦੇ ਆ, ਇਹ ਕਥਾ ਐਸੀ ਹੈ, ਇਹ ਪੁੱਤਰ, ਧਨ, ਸੰਪਦਾ ਤੇ ਕਾਮਨਾਵਾਂ ਦੀ ਬਾਛਤ ਦਾਤਾ ਕਥਾ ਹੈ। ਇਸ ਕਥਾ ਨੂੰ ਸੁਣ ਕੇ ਸਰਬ ਦਾਤਾ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਕਸ਼ਟ ਕਾਟ ਬੇ ਦੇ ਬ੍ਰਹਮ ਗਿਆਤਾ, ਮਰਨ ਦੇ ਕਸ਼ਟ ਨੂੰ ਕੱਟ ਕੇ ਬ੍ਰਹਮ ਗਿਆਨ ਦਾ ਦਾਨ ਦੇਣ ਵਾਲੀ ਕਥਾ ਹੈ ਖਾਲਸਾ ਜੀ। ਜਿਹੜੇ ਮਨ 'ਚ ਇਕਾਗਰਤਾ ਭਾਵ ਧਾਰਨ ਕਰਕੇ ਸੁਰਤ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਗੁਰੂ ਸਾਹਿਬ ਨੂੰ ਪਰਮੇਸ਼ਵਰ ਰੂਪ ਜਾਣ ਕੇ ਇਹ ਸਾਰੀ ਕਥਾ ਸਰਵਣ ਕਰ ਲੈਂਦੇ ਹਨ, ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਅਵਸ਼ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਅੰਦਰ ਬ੍ਰਹਮਾਕਾਰ ਬਿਰਤੀ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਔਰ ਸ਼ਰਦਾ ਤਰ ਸੁਨੇ ਸੁਨਾਵੇ, ਗੁਰ ਸਹਾਏ ਤੇ ਮੁਕਤੀ ਪਾਵੇ। ਆਪਣੇ ਹਿਰਦੇ 'ਚ ਸ਼ਰਧਾ ਧਾਰਨ ਕਰਕੇ ਇਸ ਕਥਾ ਨੂੰ ਜਿਹੜੇ ਸੁਣਦੇ ਹਨ ਜਾਂ ਫਿਰ ਸੁਣਾਉਂਦੇ ਹਨ, ਕਹਿੰਦੇ ਗੁਰੂ ਸਾਹਿਬ ਜੀ ਦੀ ਸਹਾਇਤਾ ਪ੍ਰਾਪਤ ਕਰਕੇ ਤਿਨਾਂ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ ਹੈ। ਸਤਿ ਸ੍ਰੀ ਅਕਾਲ। ਗੁਰੂ ਸਾਹਿਬ ਉਹਨਾਂ ਦੇ ਸਹਾਈ ਹੁੰਦੇ ਐ ਔਰ ਉਹਨਾਂ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ ਹੈ। ਦੋਹਰਾ ਸੁਨ ਕੈ ਸਿੰਘਨ ਸਬਨ ਤੇ ਪਰ ਉਪਕਾਰ ਬਿਸਾਲ। ਸਿੰਘਾਂ ਦੇ ਕੋਲੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਪਰਉਪਕਾਰ ਜਾਣ ਕੇ ਵੀ ਇਹ ਵੱਡਾ ਪਰਉਪਕਾਰ ਹੋਵੇਗਾ ਜੇ ਅਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਲਿਖਾ ਦਈਏ। ਨੌ ਸਤਿਗੁਰ ਇਤਿਹਾਸ ਜਸ ਔਰ ਵਿਚਾਰ ਤਿਸ ਕਾਲ। ਨੌ ਪਾਤਸ਼ਾਹੀਆਂ ਦਾ ਇਤਿਹਾਸ ਭਾਈ ਰਾਮ ਕੋਇਰ ਸਾਹਿਬ ਜੀ ਨੇ ਹਿਰਦੇ 'ਚ ਵਿਚਾਰਿਆ ਹੈ। ਸੁਰਤ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਉਤਰਿਆ ਔਰ ਉਹ ਪਾਵਨ ਕਥਾ ਭਾਈ ਸਾਹਿਬ ਜੀ ਨੇ ਸਰਵਣ ਕਰਾਉਣੀ ਪ੍ਰਾਰੰਭ ਕੀਤੀ ਹੈ। ਚੌਪਈ ਭਾਈ ਰਾਮ ਕੋਇਰ ਸਾਵਧਾਨ। ਕਥਾ ਸੁਣਾਉਣ ਵਾਸਤੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਸਾਵਧਾਨ ਹੋਏ। ਕਹਿਣ ਲਗੇ ਗੁਰ ਕਥਾ ਮਹਾਨ। ਗੁਰੂ ਸਾਹਿਬ ਜੀ ਦੀ ਮਹਾਨ ਕਥਾ ਹੈ, ਇਹ ਅੰਮ੍ਰਿਤ ਕਥਾ ਹੈ, ਪਵਿੱਤਰ ਕਥਾ ਹੈ, ਫਲ ਵਰਦਾਤੀ ਕਥਾ ਹੈ। ਐਸੀ ਪਾਵਨ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਕਹਿਣ ਲੱਗੇ। ਜਿਸ ਕੇ ਪਠਤ ਸੁਨਤ ਮਨ ਪਾਵਨ। ਇਸ ਕਥਾ ਨੂੰ ਪੜ੍ਹ ਕੇ ਔਰ ਸੁਣ ਕੇ ਮਨ ਪਵਿੱਤਰ ਹੋ ਜਾਂਦਾ ਹੈ, ਮਨ ਪਾਵਨ ਹੋ ਜਾਂਦਾ ਹੈ। ਚਾਰ ਪਦਾਰਥ ਦੇ ਮਨ ਭਾਵਨ। ਔਰ ਚਾਰੇ ਪਦਾਰਥਾਂ ਦੀ ਦਾਤ ਇਸ ਕਥਾ ਨੂੰ ਪੜ੍ਹ ਸੁਣ ਕੇ ਪ੍ਰਾਪਤ ਹੁੰਦੀ ਹੈ। ਅਪਰ ਮਹਾਤਮ ਕਹਾਂ ਸੋ ਕਹੀਏ। ਕਵੀ ਜੀ ਕਹਿੰਦੇ ਇਸ ਕਥਾ ਨੂੰ ਵਰਣਨ ਕਰਨ ਤੇ ਸੁਣਨ ਦਾ ਮਹਾਤਮ ਮੈਂ ਕਿੱਥੋਂ ਤੱਕ ਕਹਿ ਕੇ ਸੁਣਾਵਾਂ। ਉੱਤਮ ਸਿੱਖੀ ਕੋ ਪਦ ਲਹੀਏ। ਕਹਿੰਦੇ ਸਭ ਤੋਂ ਸ੍ਰੇਸ਼ਟ ਤੇ ਉੱਤਮ ਪਦਵੀ ਹੈ ਗੁਰੂ ਕੀ ਸਿੱਖੀ ਦਾ ਦਾਨ। ਔਰ ਇਸ ਕਥਾ ਨੂੰ ਸਰਵਣ ਕੀਤਿਆਂ ਗੁਰੂ ਕੇ ਸਿੱਖੀ ਦੇ ਦਾਨ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹਦੇ ਤੋਂ ਪਰੇ ਤਾਂ ਦੁਨੀਆ 'ਚ ਕੋਈ ਵਸਤੂ ਕੋਈ ਨਹੀਂ ਖਾਲਸਾ ਜੀ। ਸਭ ਤੋਂ ਉੱਤਮ ਪਦਵੀ ਗੁਰੂ ਕੀ ਸਿੱਖੀ ਹੈ। ਇਸ ਕਥਾ ਨੂੰ ਪੜ੍ਹ ਸੁਣ ਕੇ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ। ਸ਼ਰੋਤਾ ਹੋਤ ਭਏ ਸਾਵਧਾਨ। ਭਾਈ ਸਾਹਿਬ ਜੀ ਕਥਾ ਸੁਣਾਉਣ ਵਾਸਤੇ ਸਾਵਧਾਨ ਹੋਏ ਤੇ ਸਰੋਤੇ ਵੀ ਪ੍ਰੇਮ ਸਹਿਤ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਬੈਠ ਗਏ। ਸ਼ਰਵਨ ਕਰਨ ਲਾਗੇ ਰੁਚੀ ਠਾਨ। ਔਰ ਬੜੀ ਰੁਚੀ ਨਾਲ ਬੜੇ ਪ੍ਰੇਮ ਸਹਿਤ ਸਰੋਤਾ ਕਥਾ ਸਰਵਣ ਕਰਨ ਵਾਸਤੇ ਤਤਪਰ ਹੋ ਕੇ ਬੈਠ ਗਏ।
ਭਾਈ ਰਾਮ ਕੋਇਰ ਵਾਚ। ਹੁਣ ਇੱਥੋਂ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਕਥਾ ਆਰੰਭਦੇ ਹਨ। ਆਪਣੇ ਮੁਖਾਰ ਬਿੰਦ ਚੋਂ ਜੋ ਕਥਾ ਭਾਈ ਰਾਮ ਕੋਇਰ ਸਾਹਿਬ ਨੇ ਸਰਵਣ ਕਰਵਾਈ ਹੈ ਜੀ, ਸੁਣੋ। ਚੌਪਈ ਪ੍ਰਥਮ ਚਰਨ ਕਲ ਕਾਲ ਵਿਸਾਲਾ। ਖਾਲਸਾ ਜੀ ਕਲੀ ਕਾਲ ਦਾ ਭਾਈ ਰਾਮ ਕੋਇਰ ਸਾਹਿਬ ਕਥਾ ਸੁਣਾਉਂਦੇ। ਕਲੀ ਕਾਲ ਦਾ ਬੜਾ ਭਿਆਨਕ ਸਮਾਂ ਹੈ। ਕਲੀ ਕਾਲ ਦੇ ਇਸ ਪ੍ਰਥਮ ਚਰਨ ਵਿੱਚ ਜੈ ਤੈ ਲਾਗੇ ਕਰਨ ਕੁਚਾਲਾ। ਕਿੱਥੇ ਕਿੱਥੇ ਜੀਵ ਮਾੜੇ ਭੈੜੇ ਕੁਚਾਲ ਕਰਮਾਂ ਵਿੱਚ ਪ੍ਰਵਿਰਤ ਹੋ ਗਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਪ੍ਰਜਾ ਅੰਧੀ ਗਿਆਨ ਵਿਣ ਕੂੜ ਕੋ ਸੱਤ ਮੁਖੋਂ ਆਲਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਤ ਵਿਦ ਭਾਈ। ਚੇਲੇ ਬੈਠਣ ਘਰਾਂ ਵਿੱਚ ਗੁਰੂ ਉਠ ਘਰੀ ਤਿਨਾੜੇ ਜਾਈ। ਵਰਤਿਆ ਪਾਪ ਸਭ ਜਗ ਮਾਹੀ। ਇਹ ਕਾਲੀ ਕਾਲ ਦੀ ਨਿਸ਼ਾਨੀ। ਭੈੜੇ ਮਾੜੇ ਕਰਮਾਂ ਦੇ ਵਿੱਚ ਜੀਵ ਪ੍ਰਵਿਰਤ ਹੋ ਗਏ। ਮਤ ਬਿਸਤਰੇ ਅਨੇਕ ਕੁਟਾਲੇ। ਅਨੇਕਾਂ ਤਰ੍ਹਾਂ ਦੇ ਮਤ ਪੈਦਾ ਹੋ ਗਏ। ਨਵੇਂ ਨਵੇਂ ਮਤ, ਨਵੇਂ ਨਵੀਆਂ ਮਰਿਆਦਾਵਾਂ, ਨਵੇਂ ਨਵੇਂ ਮਤ ਉਹ ਸੰਸਾਰ 'ਚ ਚੱਲ ਪਏ। ਮੈਂ ਸਿਮਰੇ ਸਤਨਾਮ ਸੁਖਾਲੇ। ਜਿਹੜਾ ਸੁਖਾਲੇ ਢੰਗ ਨਾਲ ਪਰਮੇਸ਼ਰ ਦਾ ਸਿਮਰਨ ਭਜਨ ਹੁੰਦਾ ਉਹ ਨਹੀਂ ਕਰਦੇ ਕਲੀ ਕਾਲ ਦੇ ਵਿੱਚ ਜੀਵ। ਇਹੋ ਜਿਹਾ ਵਰਤਾਰਾ ਸੰਸਾਰ ਵਿੱਚ ਵਰਤਿਆ ਕਿ ਸੁਖਾਲੇ ਢੰਗ ਨਾਲ ਸਿਮਰਨ ਭਜਨ ਨਹੀਂ ਕਰਦੇ। ਹੋਰ ਨਵੇਂ ਨਵੇਂ ਮਤ ਚੱਲ ਗਏ। ਉਹਨਾਂ ਦੀਆਂ ਜਿਹੜੀਆਂ ਕਰੜੀਆਂ ਕਲਣਾਵਾਂ ਨੇ ਜਾਂ ਕਰੜੇ ਕਰਮ ਕਾਂਡ ਨੇ ਉਹਨਾਂ ਵਿੱਚ ਪ੍ਰਵਿਰਤ ਹੋ ਰਹੇ ਨੇ। ਕੀਤਕ ਮਤ ਗਿਨੀਏ ਜਗ ਪਏ। ਕਹਿੰਦੇ ਕਿੰਨੇ ਕੁ ਮਤ ਹੋ ਗਏ ਸੰਸਾਰ ਦੇ ਵਿੱਚ, ਉਹ ਗਿਣੇ ਨਹੀਂ ਜਾਂਦੇ। ਤਨਕ ਸਿੱਧ ਲੈ ਪੰਥ ਚੱਲੇ। ਜਿਨ੍ਹਾਂ ਕੋਲ ਮਾੜੀ ਮੋਟੀ ਕੋਈ ਤਨਕ ਜੀ ਥੋੜੀ ਜਿਹੀ ਰਿੱਧੀ ਸਿੱਧੀ ਆ ਗਈ, ਉਹਨੇ ਆਪਣਾ ਪੰਥ ਚਲਾ ਲਿਆ। ਕਲਗੀਧਰ ਨੇ ਬਚਿੱਤਰ ਨਾਟਕ ਵਿੱਚ ਬਚਨ ਲਿਖੇ ਨੇ, ਜਿਨ ਜਿਨ ਤਨਕ ਸਿੱਧ ਕੋ ਪਾਈ। ਜਿਨ੍ਹਾਂ ਨੇ ਕੋਈ ਮਾੜੀ ਮੋਟੀ ਤਨਕ ਮਾਤਰ ਸਿੱਧੀ ਪ੍ਰਾਪਤ ਕੀਤੀ, ਉਹਨੇ ਆਪਣਾ ਮਤ ਚਲਾ ਲਿਆ, ਉਹਨੇ ਆਪਣਾ ਪੰਥ ਚਲਾ ਲਿਆ। ਪਰਮੇਸ਼ਰ ਕੋ ਨੈ ਪਹਿਚਾਨੇ। ਸਭ ਆਪਣੇ ਰੁਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ। ਇਹ ਕਲਗੀਧਰ ਦੇ ਬਚਨ ਨੇ ਦਸਮ ਪਾਤਸ਼ਾਹ ਦੇ ਬਚਿੱਤਰ ਨਾਟਕ ਵਿੱਚ। ਉਹਦਾ ਹੀ ਅਨੁਵਾਦ ਭਾਈ ਰਾਮ ਕੋਇਰ ਸਾਹਿਬ ਜੀ ਕਰ ਰਹੇ, ਬ੍ਰਹਮ ਗਿਆਨੀ ਮਹਾਂਪੁਰਸ਼। ਕਹਿੰਦੇ ਜਿਹਦੇ ਕੋਲ ਕੋਈ ਮਾੜੀ ਮੋਟੀ ਰਿੱਧੀ ਸਿੱਧੀ ਸੀ, ਉਹਨੇ ਆਪਣਾ ਪੰਥ ਚਲਾ ਲਿਆ। ਔਰ ਪਾਰ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦਾ ਰਾਹ ਨਹੀਂ ਕਿਸੇ ਨੇ ਪਛਾਣਿਆ, ਉਸ ਪਾਸੇ ਨਹੀਂ ਲਾਇਆ। ਸਭ ਨੇ ਆਪਣੇ ਆਪਣੇ ਮਤ ਦੇ ਵਿੱਚ ਸਭ ਨੂੰ ਜੋੜ ਲਿਆ ਵੀ ਸਾਡੀ ਪੂਜਾ ਕਰੋ। ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਬੰਦਗੀ ਪ੍ਰਗਟ ਨਹੀਂ ਕੀਤੀ। ਅਪਰ ਬਿਦਨ ਉਪਦੇਸ਼ ਬਖਾਨੇ। ਹੋਰ ਤਰ੍ਹਾਂ ਦੇ ਉਪਦੇਸ਼ ਜਿਹੜੇ ਸਨ ਉਹ ਲੋਕਾਂ ਨੂੰ ਦੇਣ ਲੱਗੇ। ਪੂਰਬ ਜੁਗਨ ਵਿਖੇ ਤਪ ਜਗੈ। ਪਹਿਲੇ ਯੁੱਗਾਂ ਵਿੱਚ ਸਤਯੁਗ ਤ੍ਰੇਤੇ ਵਿੱਚ ਲੋਕ ਤਪ ਕਰਦੇ, ਯੱਗ ਕਰਦੇ, ਪੂਜਾ ਅਰਚਨਾ ਕਰਦੇ ਸਨ। ਕਰ ਕਰ ਸਾਧਨ ਭਏ ਤਤਗੈ। ਉਹ ਕਈ ਤਰ੍ਹਾਂ ਦੇ ਸਾਧਨ ਕਰ ਕਰਕੇ ਤਤਗ ਹੋ ਗਏ, ਤਤਵ ਨੂੰ ਪ੍ਰਾਪਤ ਹੋਏ। ਕਲ ਮੈਂ ਸ਼ਕਤਹੀਨ ਨਰ ਰਹੇ। ਪਰ ਕਲਯੁਗ ਵਿੱਚ ਲੋਕ ਸ਼ਕਤੀ ਵੀ ਹੋਣੇ, ਨਾ ਤਪ ਕਰ ਸਕਦੇ, ਨਾ ਯੱਗ ਕਰ ਸਕਦੇ, ਨਾ ਪੁਰਾਣੇ ਸਮਿਆਂ ਜਿੰਨੀਆਂ ਘਾਲਣਾ ਘਾਲ ਸਕਦੇ ਸਨ। ਕਿਸ ਪ੍ਰਕਾਰ ਮੁਕਤੀ ਕੋ ਲਏ। ਫਿਰ ਉਹਨਾਂ ਜੀਵਾਂ ਦੀ ਕਲੀ ਕਾਲ ਦੇ ਲੋਕਾਂ ਦੀ ਮੁਕਤੀ ਕਿਵੇਂ ਹੋਵੇਗੀ। ਕਰਤਾ ਪੁਰਖ ਵਿਚਾਰਨ ਕੀਨਾ। ਇਹ ਵਿਚਾਰ ਕਰਤਾ ਪੁਰਖ ਨੇ ਕੀਤੀ ਕਿ ਪਹਿਲੇ ਯੁੱਗਾਂ ਵਿੱਚ ਤਾਂ ਲੋਕ ਤਪ ਕਰਦੇ, ਕਰੜੀ ਘਾਲਣਾ ਘਾਲਦੇ। ਕਲਯੁਗ ਵਿੱਚ ਤਾਂ ਲੋਕਾਂ 'ਚ ਇੰਨਾ ਸਾਹ ਸਾਥੀ ਕੋਈ ਨਹੀਂ ਵੀ ਤਪ ਕਰ ਸਕਣ। ਇੱਥੇ ਤਾਂ 1 ਘੰਟਾ ਬਹਿ ਕੇ ਕਥਾ ਕੀਰਤਨ ਸੁਣਨਾ ਔਖਾ ਹੁੰਦਾ, ਤੇ ਹੁਣ ਜੁਗਾਂ ਤਾਈਂ ਬਹਿ ਕੇ ਚੌਂਕੜਾ ਮਾਰ ਕੇ ਤਪ ਕਿੱਥੇ ਕਰਨਗੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਇਸ ਗੱਲ ਦੀ ਵਿਚਾਰ ਕੀਤੀ ਵੀ ਕਲੀ ਕਾਲ ਦੇ ਜੀਵਾਂ ਦਾ ਪਾਰ ਉਤਾਰਾ ਕਿਵੇਂ ਹੋਵੇਗਾ। ਜਾਣੇ ਕਲ ਮੈਂ ਜੀਵ ਜੇ ਦੀਨ। ਦੇਖਿਆ ਕਲਯੁਗ ਦੇ ਜੀਵ ਦੀਨ ਨੇ, ਦੁਖੀ ਹਨ। ਸਤਨਾਮ ਸਿਮਰੈ ਸੁਖ ਹੋਏ। ਤਾਂ ਸੁਖੀ ਹੋਣਗੇ
ਜੇ ਸੱਚੇ ਨਾਮ ਦਾ ਸਿਮਰਨ ਕਰਨਗੇ, ਮੇਰਾ ਭਜਨ ਕਰਨਗੇ। ਇਸ ਬਿਨਿਆਨ ਉਪਾਏ ਨ ਇਸ ਕੋਈ, ਤੋਂ ਬਿਨਾ ਹੋਰ ਕੋਈ ਉਪਾਅ ਨਹੀਂ, ਹੋਰ ਕੋਈ ਤਰੀਕਾ ਨਹੀਂ ਇਹਨਾਂ ਨੂੰ ਸੁਖੀ ਕਰਨ ਦਾ। ਆਪ ਜਾਏ ਕਰ ਸੁਮਤ ਬਤਾਵੋ। ਅਕਾਲ ਪੁਰਖ ਜੀ ਨੇ ਫੁਰਨਾ ਕੀਤਾ ਵੀ ਮੈਂ ਭੇਜੇ ਬੜੇ ਸਨ, ਪਰ ਸਭ ਨੇ ਆਪਣੇ ਆਪਣੇ ਪੰਥ ਮਤ ਚਲਾ ਲਏ, ਮੇਰੇ ਬਾਰੇ ਦੱਸਿਆ ਹੀ ਨਹੀਂ ਕਿਸੇ ਨੇ। ਤੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਵੇਲੇ ਵਿਚਾਰ ਕੀਤੀ ਵੀ ਹੁਣ ਮੈਂ ਖੁਦ ਜਾਵਾਂ ਮਾਤ ਲੋਕ ਦੀ ਧਰਤੀ ਤੇ। ਖਾਲਸਾ ਜੀ ਆ ਰਾਜੇ ਬਾਦਸ਼ਾਹ ਹੁੰਦੇ, ਜਦੋਂ ਕਿਤੇ ਕੋਈ ਕੰਮ ਹੁੰਦਾ ਪਹਿਲਾਂ ਆਪਣੇ ਛੋਟੇ ਮੋਟੇ ਅਫਸਰਾਂ ਨੂੰ ਭੇਜਦੇ, ਉਹਨਾਂ ਤੋਂ ਗੱਲ ਨਾ ਬਣੇ ਫਿਰ ਉਹਨਾਂ ਤੋਂ ਵੱਡੇ, ਫਿਰ ਉਹਨਾਂ ਤੋਂ ਵੱਡੇ ਨਾ ਬਣੇ ਫਿਰ ਉਹ ਆਪ ਚੱਲ ਕੇ ਜਾਂਦੇ ਆ ਵੀ ਹੁਣ ਇਹ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਹੈ। ਤੋ ਅਕਾਲ ਪੁਰਖ ਜੀ ਨੇ ਬੜੇ ਬੜੇ ਅਵਤਾਰ ਭੇਜੇ, ਪੈਗੰਬਰ ਭੇਜੇ, ਔਲੀਏ ਅੰਬੀਏ ਆਏ, ਸਭ ਨੇ ਆਪਣੇ ਆਪਣੇ ਮਤ ਚਲਾ ਲਏ। ਅਕਾਲ ਪੁਰਖ ਜੀ ਨੇ ਸੋਚਿਆ ਵੀ ਹੁਣ ਅਸੀਂ ਖੁਦ ਜਾਈਏ ਮਾਤ ਲੋਕ ਦੀ ਧਰਤੀ ਤੇ, ਜੀਵਾਂ ਨੂੰ ਸੱਚੇ ਨਾਮ ਦਾ ਜਾਪ ਜਪਾ ਕੇ ਇਹਨਾਂ ਨੂੰ ਸੁਖ ਵਰਤਾਈਏ। ਪਰੇ ਕੁਮੱਗ ਤੇ ਸੁਮੱਗ ਚਲਾਵੋ। ਜਿਹੜੇ ਖੋਟੇ ਰਾਹਾਂ ਤੇ ਚੱਲਣ ਵਾਲੇ ਜੀਵ ਨੇ, ਇਹਨਾਂ ਨੂੰ ਨਾਮ ਜਪਾ ਕੇ ਸੁਮੱਗ ਸ੍ਰੇਸ਼ਟ ਰਾਹ ਦਾ ਧਾਰਦੀ ਬਣਾਈਏ। ਮੋਹ ਬਿਨ ਸਰੇ ਕਾਰ ਇਹ ਨਾਈ। ਇਹ ਕੰਮ ਮੇਰੇ ਬਿਨਾ ਨਹੀਂ ਸਰਨਾ, ਸਾਨੂੰ ਹੀ ਜਾਣਾ ਪੈਣਾ ਮਾਤ ਲੋਕ ਦੀ ਧਰਤੀ ਤੇ। ਅਕਾਲ ਪੁਰਖ ਜੀ ਨੇ ਫੁਰਨਾ ਕੀਤਾ ਕਿ ਸਾਡੇ ਗਏ ਬਿਨਾ ਇਹ ਕੰਮ ਨਹੀਂ ਹੋਣਾ, ਸਾਨੂੰ ਆਪ ਹੀ ਸੰਸਾਰ ਵਿੱਚ ਜਾਣਾ ਪੈਣਾ। ਜਾਂ ਤੇ ਨਰ ਤਨ ਧਰ ਜਗ ਮਾਈ। ਇਸ ਕਰਕੇ ਮਨੁੱਖੀ ਜਾਮਾ ਲੈ ਕੇ, ਮਨੁੱਖੀ ਜਾਮਾ ਧਾਰਨ ਕਰਕੇ ਅਸੀਂ ਸੰਸਾਰ 'ਚ ਜਾਈਏ। ਕਰ ਕਾਲੂ ਕੇ ਜਨਮੇ ਆਈ। ਅਕਾਲ ਪੁਰਖ ਜੀ ਨੇ ਫੁਰਨਾ ਕੀਤਾ ਤੇ ਮਨੁੱਖੀ ਜਾਮਾ ਲੈ ਕੇ ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਤੇ ਅਕਾਲ ਪੁਰਖ ਜੀ ਨੇ ਕੱਤਕ ਦੀ ਪੂਰਨਮਾਸ਼ੀ 1526 ਸੰਮਤ ਬਿਕਰਮੀ ਨੂੰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਨ ਕੀਤਾ। ਜਨਨੀ ਸਤਿ ਸ੍ਰੀ ਅਕਾਲ। ਜਨਨੀ ਤ੍ਰਿਪਤਾ ਪਿਖ ਹਰ ਖਾਈ। ਮਾਤਾ ਤ੍ਰਿਪਤਾ ਜੀ ਨੇ ਜਦੋਂ ਆਪਣੇ ਜਾਏ ਨੂੰ ਦੇਖਿਆ, ਦਰਸ਼ਨ ਕੀਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ, ਤੇ ਵੇਖਦਿਆਂ ਹਿਰਦਾ ਖੇੜੇ ਨਾਲ ਖਿੜ ਗਿਆ। ਅਲਪ ਬੈਸ ਮੈਂ ਸੁੰਦਰ ਬੇਸ। ਛੋਟੀ ਉਮਰਾਂ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਸੁੰਦਰ ਵੇਸ ਹੈ। ਜੈ ਕਹਿ ਦੇਤ ਪਏ ਉਪਦੇਸ਼। ਇਹਨਾਂ ਨੇ ਬਾਲ ਅਵਸਥਾ ਵਿੱਚ ਹੀ ਉਪਦੇਸ਼ ਦੇਣਾ ਆਰੰਭ ਕੀਤਾ, ਕਦੇ ਗੋਪਾਲ ਪਾਂਧੇ ਨੂੰ, ਕਦੇ ਵੈਦ ਹਰਦਾਸ ਨੂੰ, ਕਦੇ ਆਪਣੇ ਉਸਤਾਦ ਕੁਤਬਦੀਨ ਨੂੰ। ਪਾਤਸ਼ਾਹ ਜੀ ਨੇ ਅਨੇਕਾਂ ਪ੍ਰਕਾਰ ਦੇ ਪ੍ਰਾਣੀਆਂ ਨੂੰ ਉਪਦੇਸ਼ ਦੇ ਕੇ ਤਾਰਿਆ ਬਾਲ ਅਵਸਥਾ ਵਿੱਚ ਹੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਕਹਿੰਦੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ। ਅਕਾਲ ਪੁਰਖ ਉਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਆ। ਇੱਕ ਬ੍ਰਹਮੰਡ ਕਿੱਡਾ ਵੱਡਾ, ਇਹਦੀ ਕਥਾ ਵਰਣਨ ਨਹੀਂ ਹੁੰਦੀ ਵੀ ਇਹਦਾ ਵਿਸਥਾਰ ਕਿੰਨਾ। ਅਕਾਲ ਪੁਰਖ ਦੇ ਇੱਕ ਰੋਮ 'ਚ ਇਹੋ ਜਿਹੇ ਕਰੋੜਾਂ ਬ੍ਰਹਮੰਡ ਨੇ, ਕਰੋੜਾਂ। ਇੱਕ ਬ੍ਰਹਮੰਡ ਵਿੱਚ ਹੀ ਕਰੋੜਾਂ ਸੂਰਜ ਚੰਦਰਮਾ ਤਾਰੇ ਧਰਤੀਆਂ ਗਲੈਕਸੀਆਂ ਨੇ। ਅਕਾਲ ਪੁਰਖ ਦੇ ਰੋਮ 'ਚ ਇਹੋ ਜਿਹੇ ਕਰੋੜਾਂ ਬ੍ਰਹਮੰਡ ਵਸਦੇ ਇੱਕ ਰੋਮ 'ਚ, ਤੇ ਕਿੱਡਾ ਵੱਡਾ ਵਿਸ਼ਾਲ ਵਿਸਥਾਰ ਹੈ ਉਹਦਾ। ਕਹਿੰਦੇ ਏਡੇ ਵੱਡਾ ਅਕਾਲ ਪੁਰਖ ਪਰਮੇਸ਼ਰ ਨੇ ਵੇਖਿਆ ਵੀ ਮੈਂ ਜੀਵਾਂ ਦਾ ਭਲਾ ਕਰਨਾ ਹੈ, ਕਲਿਆਣ ਕਰਨੀ ਹੈ, ਤਾਂ ਮਾਨਵੀ ਸਰੀਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ। ਸਤਿ ਸ੍ਰੀ ਅਕਾਲ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇਸ ਮਾਤ ਲੋਕ ਦੀ ਧਰਤੀ ਤੇ ਆਏ। ਬਾਲ ਰੂਪ ਵਿੱਚ ਹੀ ਪਾਤਸ਼ਾਹ ਨੇ ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਕਲਿਆਣ ਕੀਤੀ। ਸਤਨਾਮ ਕੋ ਸਿਮਰਨ ਕਰਨੋ। ਸੱਚੇ ਨਾਮ ਦਾ ਸਿਮਰਨ ਕਰਾਇਆ ਸਤਿਗੁਰੂ ਗੁਰੂ ਨਾਨਕ ਸਾਹਿਬ। ਜਿੱਥੇ ਵੀ ਗਏ ਪੂਰੇ ਵਿਸ਼ਵ ਭਰ ਵਿੱਚ ਸਭ ਨੂੰ ਆਖਿਆ ਨਾਮ ਜਪੋ ਭਾਈ, ਪਰਮੇਸ਼ਰ ਦਾ ਨਾਮ ਧਿਆਵੋ। ਕੋਈ ਰਾਮ ਰਾਮ ਕਹਿੰਦਾ ਸੀ,
ਕੋਈ ਅੱਲਾ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਵਾਹਿਗੁਰੂ ਨਾਮ ਜਪਾਇਆ। ਜਿੱਥੇ ਜਿੱਥੇ ਗਏ ਸੱਚੇ ਨਾਮ ਦਾ ਜਾਪ ਜਪਾਇਆ। ਸਨੇ ਸਨੇ ਤਨ ਅਹੰ ਬਿਸਰਨੋ, ਔਰ ਨਾਮ ਜਪ ਕੇ ਹੀ ਸਹਿਜੇ ਸਹਿਜੇ ਸਰੀਰ ਦੀ ਹੰਗਤਾ ਮਿਟਦੀ ਹੈ। ਤਨ ਹੰਤਾ ਦਾ ਵਿਨਾਸ਼ ਹੁੰਦਾ ਜਦੋਂ ਸਿਮਰਨ ਕਰੀਏ। ਜਿਵੇਂ ਜਿਵੇਂ ਸਿਮਰਨ ਪਰਪੱਕ ਹੁੰਦਾ ਨਾ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ, ਸਰੀਰ ਦੀ ਹੰਗਤਾ ਮਮਤਾ ਵਿਸਰ ਜਾਂਦੀ ਹੈ। ਸਾਧਕ ਕਹਿੰਦੇ ਆ ਸਰੀਰ ਦਾ ਫੁਰਨਾ ਹੀ ਫੁਰਨਾ, ਪਤਾ ਹੀ ਨਹੀਂ ਲੱਗਦਾ ਵੀ ਸਰੀਰ ਹਾਂ ਅਸੀਂ। ਜਿਵੇਂ ਜਿਵੇਂ ਸਿਮਰਨ ਵਿੱਚ ਸੁਰਤ ਖੁੱਭਦੀ ਹੈ ਨਾ, ਹਿਰਦੇ 'ਚ ਪਰਪੱਕ ਹੁੰਦਾ ਹੈ, ਸਰੀਰ ਭੁੱਲ ਜਾਂਦਾ, ਸਰੀਰ ਦੀ ਵਿਸਿਮਰਤੀ ਹੋ ਜਾਂਦੀ ਹੈ। ਪਾਣਾ ਪਰਮੇਸ਼ਰ ਕੋ ਜੈਸੇ, ਨਾਮ ਜਪਣ ਵਾਲੇ ਪ੍ਰਭੂ ਦੇ ਭਾਣੇ ਦੀ ਰਜਾ ਵਿੱਚ ਰਹਿੰਦੇ। ਉਹ ਕਹਿੰਦੇ ਆ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਜਿਵੇਂ ਭਾਣਾ ਵਰਤ ਰਿਹਾ ਹੈ। ਹੋਏ ਪ੍ਰਸੰਨ ਅਨੁਸਾਰੀ ਤੈਸੇ, ਨਿਰੰਕਾਰ ਦੇ ਭਾਣੇ ਵਿੱਚ, ਨਿਰੰਕਾਰ ਦੀ ਰਜਾ ਵਿੱਚ ਅਨੁਸਾਰੀ ਹੋ ਕੇ ਰੱਬ ਦੇ ਪਿਆਰੇ ਵਰਤਦੇ ਹਨ। ਇਸ ਪ੍ਰਕਾਰ ਕੋ ਦੇ ਉਪਦੇਸ਼, ਐਸਾ ਪਵਿੱਤਰ ਤੇ ਪਾਵਨ ਉਪਦੇਸ਼ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਬਖਸ਼ਿਸ਼ ਕੀਤਾ। ਅਨੇਕ ਨਰਨ ਕੇ ਕਟੇ ਕਲੇਸ਼, ਅਨੇਕਾਂ ਨਰਾਂ ਅਨੇਕਾਂ ਪ੍ਰਾਣੀਆਂ ਦੇ ਕਲੇਸ਼ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੱਟੇ ਹਨ। ਮੂਲੇ ਕੀ ਤਨੁਜਾ ਵੱਡ ਭਾਗਨ, ਪਾਤਸ਼ਾਹ ਜਵਾਨ ਹੋਏ, ਸਰੀਰ ਦੀ ਅਵਸਥਾ ਵਧੀ ਤਾਂ ਪਾਤਸ਼ਾਹ ਜੀ ਦੀ ਸ਼ਾਦੀ ਆਨੰਦ ਕਾਰਜ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਬਾਬਾ ਮੂਲ ਚੰਦ ਸਾਹਿਬ ਜੀ ਦੀ ਸਪੁੱਤਰੀ ਭਾਗਸ਼ਾਲੀ ਮਾਤਾ ਸੁਲੱਖਣੀ ਜੀ ਨਾਲ ਹੋਏ। ਸ਼੍ਰੀ ਗੁਰ ਮਹਿਲਾ ਮਹਾ ਸੁਹਾਗਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਕੋਈ ਕਿਸੇ ਸ਼ਕਤੀ ਤੋਂ ਘੱਟ ਨਹੀਂ ਹਨ। ਮਹਾਨ ਸ਼ਕਤੀ ਦੇ ਮਾਲਕ ਨੇ ਮਾਤਾ ਸੁਲੱਖਣੀ ਜੀ। ਜਿਸ ਤੇ ਪੁੱਤਰ ਭਏ ਜੁਗ ਧੀਰ, ਮਾਤਾ ਸੁਲੱਖਣੀ ਜੀ ਦੇ ਉਦਰ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਵੇਖੇ ਦੋ ਧੀਰ ਜੀ ਮਹਾਨ ਤਤਵੇਤਾ ਗੁਰੂ ਨਾਨਕ ਸਾਹਿਬ ਜੀ ਦੇ ਅੰਸ਼ ਵੰਸ਼ ਮਹਾਂਪੁਰਸ਼ ਦੋ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਬ੍ਰਹਮ ਗਿਆਨ ਮੈਂ ਅਚਲ ਗੰਭੀਰ, ਸਤਿਗੁਰੂ ਜੀ ਦੇ ਦੋਨੋਂ ਸਾਹਿਬਜ਼ਾਦੇ ਕਿਤੇ ਛੋਟੀ ਅਵਸਥਾ ਦੇ ਮਾਲਕ ਨਹੀਂ। ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ ਦੋਨੋਂ ਸਾਹਿਬਜ਼ਾਦੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸਨ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਮਹਾਨ ਤਤਵੇਤਾ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ। ਜੇਠੋ ਪਾ ਸ਼੍ਰੀ ਚੰਦ ਉਦਾਰਾ, ਜੇਠੇ ਪੁੱਤਰ ਵੱਡੇ ਪੁੱਤਰ ਸਨ ਬਾਬਾ ਸ਼੍ਰੀ ਚੰਦ ਜੀ। ਬਾਬਾ ਸ਼੍ਰੀ ਚੰਦ ਜੀ ਨੂੰ ਬੇਬੇ ਨਾਨਕੀ ਦੀ ਝੋਲੀ ਪਾਇਆ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ। ਬੇਬੇ ਨਾਨਕੀ ਜੀ ਦੀ ਸੰਤਾਨ ਨਹੀਂ ਸੀ। ਬਾਬਾ ਸ਼੍ਰੀ ਚੰਦ ਜੀ ਨੂੰ ਪੁੱਤਰਾਂ ਵਾਂਗੂ ਬੇਬੇ ਨਾਨਕੀ ਜੀ ਨੇ ਪਾਲਿਆ। ਹੁਣ ਬੇਬੇ ਨਾਨਕੀ ਜੀ ਕਿੱਡੇ ਵੱਡੇ ਭਗਤ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ, ਉਹ ਪਰਵਰਿਸ਼ ਕਰ ਰਹੇ ਨੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ। ਬਾਲ ਅਵਸਥਾ ਵਿੱਚ ਹੀ ਬਾਬਾ ਸ਼੍ਰੀ ਚੰਦ ਜੀ ਸੁਲਤਾਨਪੁਰ ਸਾਹਿਬ ਖਾਲਸਾ ਜੀ ਮਹਾਂਵਿਰਕਤ ਅਵਸਥਾ ਦੇ ਮਾਲਕ ਸਨ। ਜਿਵੇਂ ਪਿਤਾ ਗੁਰੂ ਨਾਨਕ ਸਾਹਿਬ ਜੀ ਵਿਰਕਤ ਨੇ, ਏਦਾਂ ਬਾਬਾ ਸ਼੍ਰੀ ਚੰਦ ਜੀ ਬੇਬੇ ਜੀ ਦੇ ਘਰੋਂ ਕਈ ਵਾਰੀ ਕਈ ਵਸਤੂਆਂ ਚੁੱਕਣੀਆਂ ਤੇ ਬਾਹਰ ਜਾ ਕੇ ਦਾਨ ਕਰ ਆਉਣੀਆਂ। ਤੇ ਬੇਬੇ ਨਾਨਕੀ ਨੇ ਕਹਿਣਾ ਮੇਰੇ ਵੀਰ ਦੀ ਅੰਸ਼ ਵੰਸ਼ਾ ਬਿਲਕੁਲ ਉਹੀ ਸੁਭਾਅ ਦੇ ਮਾਲਕ ਹਨ। ਕਦੇ ਟੋਕਾ ਟਾਕੀ ਨਹੀਂ ਸਨ ਕਰਦੇ ਕਿ ਬੇਟਾ ਸ਼੍ਰੀ ਚੰਦ ਜੀ ਐਸਾ ਕਿਉਂ ਕਰਦੇ ਹੋ, ਸਗੋਂ ਆਪ ਵਸਤੂਆਂ ਦੇਣੀਆਂ, ਲੈ ਬੇਟਾ ਆ ਵੀ ਦਾਨ ਕਰ ਦੇ। ਇਹੋ ਜਿਹੇ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਜੋ ਵੱਡੇ ਪੁੱਤਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ। ਨੈ ਗ੍ਰਸਤ ਮਗ ਅੰਗੀਕਾਰਾ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਗ੍ਰਸਤ ਮਾਰਗ ਅੰਗੀਕਾਰ ਨਹੀਂ ਕੀਤਾ। ਖਾਲਸਾ ਜੀ ਗੁਰੂ ਘਰ ਵਿੱਚ ਗ੍ਰਸਤੀ ਵੀ ਪ੍ਰਵਾਨ ਨੇ, ਗੁਰੂ ਪਾਤਸ਼ਾਹ ਦੇ ਘਰ ਵਿੱਚ ਵਿਅੰਗਮ ਵੀ ਪ੍ਰਵਾਨ ਨੇ। ਜ਼ਰੂਰੀ ਨਹੀਂ ਵੀ ਸਭ ਹੀ ਗ੍ਰਸਤੀ ਹੋਣੇ ਚਾਹੀਦੇ ਨੇ। ਜਿਹੜੇ ਵਿਅੰਗਮ ਨੇ ਉਹ ਵੀ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਵਾਨ ਹਨ। ਤੇ ਪਰ ਇਹ ਨਹੀਂ ਕਿ ਗ੍ਰਸਤੀ ਦੀ ਨਿੰਦਾ ਕਰੀਏ। ਮਹਾਰਾਜ ਜੀ ਨੇ ਗ੍ਰਸਤੀਆਂ ਨੂੰ ਵੀ ਪ੍ਰਵਾਨ, ਖੁਦ ਆਪ ਗ੍ਰਸਤ ਮਾਰਗ ਧਾਰਨ ਕੀਤਾ ਸਤਿਗੁਰਾਂ ਨੇ। ਗੁਰੂ ਘਰ ਦੇ ਬੜੇ ਬੜੇ ਮਹਾਨ ਗੁਰਸਿੱਖ ਸੇਵਕ ਹੋਏ ਜਿਹੜੇ ਗ੍ਰਸਤੀ ਨਹੀਂ ਹੋਏ, ਵਿਅੰਗਮ ਰਹਿ ਕੇ ਤਿਨਾਂ ਨੇ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾਈ। ਉਹਨਾਂ ਵਿੱਚੋਂ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਰਗੇ, ਇਸੇ ਤਰ੍ਹਾਂ
ਭਾਈ ਸਾਹਿਬ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਹ ਗ੍ਰਸਤੀ ਨਹੀਂ ਸਨ, ਬਿਹੰਗਮੀ ਪਹਿਰੇ ਵਿੱਚ ਸਨ। ਰਹੇ ਬ੍ਰਿਤੀ ਨਿਤ ਜੋਗ ਆਰੂੜਾ, ਇਹਨਾਂ ਦੀ ਬਿਰਤੀ ਹਮੇਸ਼ਾ ਯੋਗ ਅਵਸਥਾ, ਯੋਗ ਦਾ ਮਤਲਬ ਜੁੜੇ ਰਹਿਣਾ, ਯੋਗ ਦਾ ਮਤਲਬ ਹੀ ਹੈ ਜੁੜਨਾ। ਹਮੇਸ਼ਾ ਉਸ ਯੋਗਾ ਅਵਸਥਾ ਦੇ ਵਿੱਚ ਇਹਨਾਂ ਦੀ ਬਿਰਤੀ ਅਰੂੜ ਰਹਿੰਦੀ ਸੀ। ਇੱਕ ਰਸ ਮੈਂ ਆਸ਼ੇ ਜਿਸ ਗੂੜਾ, ਅਵਧੂਤ ਮਹਾਂਪੁਰਸ਼ ਸਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਅਵਧੂਤ ਅਵਸਥਾ ਦੇ ਵਿੱਚ, ਅਤੀਤ ਬੈਰਾਗੀ ਅਵਸਥਾ ਵਿੱਚ ਰਹਿੰਦੇ ਹਨ। ਜਿਸ ਕੇ ਛੂਇਓ ਵਿਕਾਰ ਨ ਕੋਏ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ ਜਿਨ੍ਹਾਂ ਦੇ ਅੰਦਰ ਵਿਕਾਰ ਦਾ ਆਉਣਾ ਤਾਂ ਕੀ, ਕਦੇ ਵਿਕਾਰ ਦਾ ਫੁਰਨਾ ਵੀ ਨਹੀਂ ਫੁਰਿਆ। ਐਸੇ ਮਹਾਂਪੁਰਸ਼ ਸੁਪਨੇ ਵਿੱਚ ਵੀ ਕਦੇ ਵਿਕਾਰ ਨਹੀਂ ਚਿਤਵਿਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਖਾਲਸਾ ਜੀ ਅੱਜ ਨਿੰਦਾ ਉਹ ਕਰਦੇ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜਿਨ੍ਹਾਂ ਨੂੰ ਗੁਰਮਤਿ ਦੀ, ਗੁਰਸਿੱਖੀ ਦਾ ਕੱਖ ਵੀ ਗਿਆਨ ਨਹੀਂ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਨਿੰਦਾ ਜਿਹੜੇ ਆਪ ਪਤਾ ਨਹੀਂ ਕਿੰਨੇ ਕੁ ਵਿਕਾਰਾਂ ਦੇ ਧਾਰਨੀ ਹਨ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਐਸੀ ਅਵਸਥਾ ਵਿੱਚ ਖਾਲਸਾ ਜੀ ਹਰ ਵੇਲੇ ਤਪ ਦੀ ਮੂਰਤ ਬਣ ਕੇ ਬੈਠੇ ਰਹਿਣਾ। ਗੁਰਦੁਆਰਾ ਬਾਠ ਸਾਹਿਬ ਅਸਥਾਨ ਹੈ ਬਾਬਾ ਸ਼੍ਰੀ ਚੰਦ ਜੀ ਦਾ, ਪਠਾਨਕੋਟ ਦੇ ਨੇੜੇ। ਪਿਛਲੇ ਸਾਲ ਦਰਸ਼ਨ ਕਰਕੇ ਆਏ ਮਹਾਂਪੁਰਸ਼ਾਂ ਦੀ ਤਪੋ ਭੂਮੀ। 62 ਸਾਲ ਉੱਥੇ ਤਪ ਦੀ ਮੂਰਤ ਬਣ ਕੇ ਅਡੋਲ ਬੈਠੇ ਰਹੇ। ਵਿਕਾਰ ਦਾ ਫੁਰਨਾ ਤੱਕ ਵੀ ਨਹੀਂ, ਸੁਪਨੇ ਵਿੱਚ ਵੀ ਕਦੇ ਵਿਕਾਰ ਨਹੀਂ ਚਿਤਵਿਆ। ਇਹੋ ਜਿਹੇ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਸਨ। ਜਤੀ ਪੁਰਸ਼ ਭੀਸ਼ਮ ਸਮ ਸੋਏ, ਔਰ ਜਤੀ ਪੁਰਸ਼ ਨੇ, ਇਹੋ ਜਿਹੇ ਮਹਾਂਪੁਰਸ਼ ਜਤੀ ਪੁਰਸ਼ ਕਿ ਜਿਨ੍ਹਾਂ ਜੈਸਾ ਕੋਈ ਜਤੀ ਨਹੀਂ। ਲਖਮੀ ਦਾਸ ਅਨੁਜ ਤਿਨ ਪਏ, ਸਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਉਹਨਾਂ ਦੇ ਛੋਟੇ ਭਰਾਤਾ ਸਨ ਬਾਬਾ ਲਖਮੀ ਦਾਸ ਜੀ। ਮਗ ਗ੍ਰਸਤ ਜਿਨ ਧਾਰਨ ਕਇਓ, ਬਾਬਾ ਲਖਮੀ ਦਾਸ ਜੀ ਗ੍ਰਸਤੀ ਸੀ, ਉਹਨਾਂ ਨੇ ਗ੍ਰਸਤ ਮਾਰਗ ਧਾਰਨ ਕੀਤਾ ਸੀ। ਗਿਆਨ ਵਿਖੇ ਜੁਗ ਭਰਾਤ ਸਮਾਨ, ਪਰ ਜੋ ਗ੍ਰਸਤੀ ਸੀ ਇਹਦਾ ਮਤਲਬ ਇਹ ਨਹੀਂ ਸੀ ਵੀ ਉਹਨਾਂ ਦੀ ਪਦਵੀ ਕੋਈ ਛੋਟੀ ਹੈ। ਕਹਿੰਦੇ ਬਾਬਾ ਲਖਮੀ ਦਾਸ ਜੀ ਵੀ ਉਹੀ ਗਿਆਨ ਪ੍ਰਾਪਤ ਕਰਕੇ ਹਿਰਦੇ 'ਚ ਰੱਖਦੇ ਨੇ ਜਿਹੜਾ ਗਿਆਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਹਿਰਦੇ ਵਿੱਚ ਹੈ। ਉਸੇ ਤਰ੍ਹਾਂ ਦਾ ਗਿਆਨ ਆਪਣੇ ਭਰਾਤਾ ਵਾਂਗੂ ਹਿਰਦੇ 'ਚ ਰੱਖਦੇ ਹਨ। ਸ਼੍ਰੀ ਨਾਨਕ ਕੇ ਪੁੱਤਰ ਸੁਜਾਨ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸੁਜਾਨ ਆਗਿਆਕਾਰੀ ਸਿਆਣੇ ਪੁੱਤਰ ਹਨ। ਧਰਮ ਚੰਦ ਪੋਤਰਾ ਪੁੰਨ ਪਏ, ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਹੋਏ ਨੇ ਬਾਬਾ ਲਖਮੀ ਦਾਸ ਜੀ ਦੇ ਸਾਹਿਬਜ਼ਾਦੇ ਬਾਬਾ ਧਰਮ ਚੰਦ ਜੀ। ਇਹ ਗੁਰੂ ਨਾਨਕ ਸਾਹਿਬ ਦੇ ਇੱਕੋ ਪੋਤਰਾ ਹੋਏ, ਇੱਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਬਾਬਾ ਧਰਮ ਚੰਦ ਜੀ ਮਹਾਰਾਜ। ਬਾਬਾ ਧਰਮ ਚੰਦ ਜੀ ਦੇ ਅੱਗੋਂ 2 ਪੁੱਤਰ ਹੋਏ, ਬਾਬਾ ਮਾਣਕ ਚੰਦ ਜੀ ਔਰ ਬਾਬਾ ਮੇਹਰ ਚੰਦ ਜੀ। ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਜੀ ਦੀ ਫਿਰ ਅੱਗੋਂ ਸ਼ਾਖਾ ਵੱਖਰੀਆਂ 2 ਚੱਲੀਆਂ, ਜਿਨ੍ਹਾਂ ਵਿੱਚੋਂ ਜਿਹੜੇ ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਜੀ ਦੇ ਅੰਸ਼ਜ ਵੰਸ਼ਜ ਜਿਹੜੇ ਕੁਝ ਬਾਬਾ ਊਨਾ ਸਾਹਿਬ ਉੱਥੇ ਰਹਿੰਦੇ ਆ, ਕੁਝ ਇੱਧਰ ਬਟਾਲੇ ਦੇ ਨੇੜੇ ਡੇਰਾ ਬਾਬਾ ਨਾਨਕ ਉੱਥੇ ਰਹਿੰਦੇ ਪਰਿਵਾਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ। ਤੋ ਬਾਬਾ ਸਾਹਿਬ ਸਿੰਘ ਜੀ ਬੇਦੀ ਬੜੀ ਵੱਡੀ ਉੱਚ ਅਵਸਥਾ ਦੇ ਮਹਾਂਪੁਰਸ਼ ਹੋਏ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਬਾਬਾ ਕਲਾਧਾਰੀ ਜੀ ਮਹਾਰਾਜ ਜੀ ਮਹਾਂਪੁਰਸ਼ ਹੋਏ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਬਿਪੌਰ ਸਾਹਿਬ ਦੇ ਇਲਾਕੇ 'ਚ ਵਿਚਰ ਰਹੇ ਸਨ ਤਾਂ ਉੱਥੇ ਬਾਬਾ ਕਲਾਧਾਰੀ ਜੀ ਨੇ ਆ ਕੇ ਸਾਹਿਬ ਦੇ ਦਰਸ਼ਨ ਕੀਤੇ। ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤੁਸੀਂ ਇੱਥੇ ਸਾਡੇ ਨੇੜੇ ਨਿਵਾਸ ਰੱਖੋ। ਉੱਥੇ ਫਿਰ ਉਹਨਾਂ ਨੇ ਊਨਾ ਸਾਹਿਬ ਨਗਰ ਜਿਹੜਾ ਕਲਗੀਧਰ ਸਾਹਿਬ ਜੀ ਦੇ ਸਮੇਂ ਉਹ ਬਾਬਾ ਕਲਾਧਾਰੀ ਜੀ ਮਹਾਂਪੁਰਸ਼ ਹੋਏ, ਉਹਨਾਂ ਨੇ ਵਸਾਇਆ। ਬੜੇ ਕਲਾਵਾਨ ਮਹਾਂਪੁਰਸ਼, ਬੜੇ ਤਪਸਵੀ ਹੋਏ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਫਿਰ ਬਾਬਾ ਕਲਾਧਾਰੀ ਜੀ ਦੇ ਅੱਗੋਂ ਸਪੁੱਤਰ ਉਹਨਾਂ ਨੇ ਖੰਡੇ ਦੀ ਪੋਲ ਛਕੀ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਵਰਗੇ ਮਹਾਂਪੁਰਸ਼ ਜਿਨ੍ਹਾਂ ਦੀ ਸੰਗਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼ਾਂ ਨੇ ਕੀਤੀ। ਕਿੱਡੇ ਕਿੱਡੇ ਤਤਵੇਤਾ ਮਹਾਂਪੁਰਸ਼ ਹੋਏ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਦੀ ਸੇਵਾ ਕਰਕੇ।
ਸੋ ਖਾਲਸਾ ਜੀ ਬਾਬਾ ਧਰਮਚੰਦ ਜੀ ਗੁਰੂ ਨਾਨਕ ਸਾਹਿਬ ਦੇ ਪੋਤਰੇ ਸਨ। ਜਿਸ ਤੇ ਵੰਸ਼ ਬੇਦੀਨ ਥਿਓ। ਇਹਨਾਂ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਜੋ ਬੇਦੀਆਂ ਦਾ ਵੰਸ਼ ਹੈ ਉਹ ਚੱਲਿਆ ਵਧਿਆ ਫੁੱਲਿਆ। ਇੱਕ ਦਿਨ ਕਰ ਅਖੀਰ ਕੋ ਆਏ। ਕਹਿੰਦੇ ਬਾਬਾ ਲਖਮੀ ਦਾਸ ਜੀ ਇੱਕ ਦਿਨ ਸ਼ਿਕਾਰ ਕਰਕੇ ਆਏ। ਸ਼ਸ਼ਹਤ ਅਸ ਦੋ ਦਿਸ਼ ਲਰਕਾਏ। ਸ਼ਿਕਾਰ ਕਰਕੇ 2 ਖਰਗੋਸ਼ 2 ਸਹੇ ਉਹਨਾਂ ਨੇ ਘੋੜੇ ਦੇ ਉੱਤੇ ਲਟਕਾਏ ਹੋਏ ਸੱਜੇ ਖੱਬੇ। ਸ੍ਰੀ ਚੰਦ ਨੇ ਅਨੁਜ ਨਿਹਾਰਾ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਮਹਾਪੁਰਸ਼ ਵਿਰਕਤ ਸੰਤ ਬਿਰਤੀ ਵਾਲੇ ਸਨ ਤੇ ਬਾਬਾ ਲਖਮੀ ਦਾਸ ਜੀ ਰਾਜਨੀਤੀ ਰਾਜ ਭਾਗ ਵਾਲੀ ਬਿਰਤੀ ਵੀ ਰੱਖਦੇ, ਸ਼ਿਕਾਰ ਖੇਡਦੇ ਸੀ, ਸ਼ਸਤਰਧਾਰੀ ਸਨ। ਤੇ ਬਾਬਾ ਸ਼੍ਰੀ ਚੰਦ ਜੀ ਨੇ ਵੇਖ ਕੇ ਬਚਨ ਕਿਹਾ, ਕਿਰਪਾ ਜੁਗ ਤੋਏ ਬਾਕੀ ਉਚਾਰਾ। ਵੇਖੇ ਨਾ ਵੀ 2-4 ਸਹਿ ਮਾਰ ਕੇ ਬਾਬਾ ਲਖਮੀ ਦਾਸ ਜੀ ਨੇ ਘੋੜੇ ਨਾਲ ਲਟਕਾਏ ਤੇ ਬਾਬਾ ਸ਼੍ਰੀ ਚੰਦ ਜੀ ਦਾ ਮਨ ਮਹਾਂਪੁਰਸ਼ ਸਾਧੂ ਸਨ, ਦਇਆ ਰਸ ਵਿੱਚ ਆਇਆ ਤੇ ਬੋਲੇ, ਦਿਨ ਪ੍ਰਤ ਅਨਕ ਜੀਵ ਕੋ ਕਾਵੇ। ਕਹਿੰਦੇ ਲਖਮੀ ਦਾਸ ਤੂੰ ਸ਼ਿਕਾਰ ਕਰਕੇ ਰੋਜ਼ ਜਾਨਵਰ ਮਾਰਦਾ, ਇਹ ਲੇਖਾ ਦੇ ਨੋ ਬਨ ਆਵੇ। ਇਹਨਾਂ ਦਾ ਲੇਖਾ ਦੇਣਾ ਪੈਣਾ। ਜਾਨਵਰ ਮਾਰਦਾ, ਜੀਵਾਂ ਨੂੰ ਮਾਰਦਾ, ਸ਼ਿਕਾਰ ਕਰਕੇ ਇਹਨਾਂ ਦਾ ਲੇਖਾ ਦੇਣਾ ਪੈਣਾ। ਕਯੋ ਪ੍ਰਾਤ ਕੋ ਨਹੀਂ ਸਹਾਰਾ। ਜਦੋਂ ਬਾਬਾ ਜੀ ਨੇ ਬਚਨ ਕਹੇ ਤੇ ਇੱਕਦਮ ਮਨ ਵਿੱਚ ਬਾਬਾ ਲਖਮੀ ਦਾਸ ਜੀ ਦੇ ਵਿਚਾਰ ਆਈ। ਕਯੋ ਸਦਨ ਮੈਂ ਕੀਨਸ ਤਿਆਰਾ। ਘਰ ਗਏ ਤੇ ਜਾ ਕੇ ਤਿਆਰੀ ਕੀਤੀ। ਆਪਨ ਭਾਰ ਜਾਲੇ ਸੁਤ ਸੰਗ। ਘਰ ਵਾਲੀ ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਭਾਰ ਸ਼ਿਗਰਤਾ ਚੜਿਓ ਤੁਰੰਗ। ਘੋੜੇ ਤੇ ਸਵਾਰ ਹੋ ਗਏ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਕਹਿੰਦੇ, ਵੀਰ ਜੀ ਚੰਗਾ ਫਿਰ ਮੈਂ ਲੇਖਾ ਦੇ ਹੀ ਆਉਣਾ। ਸਣੇ ਦੇ ਸੱਚਖੰਡ ਨੂੰ ਜਾਣ ਲੱਗੇ। ਆਏ ਪ੍ਰਾਤ ਸੋ ਪੰਨਿਓ ਜਨਾਏ। ਆ ਕੇ ਭਰਾ ਨੂੰ ਕਹਿਣ ਲੱਗੇ, ਲੇਖਾ ਦੇਨ ਅਬੇ ਹਮ ਜਾਏ। ਚੰਗਾ ਭਰਾ ਜੀ ਅਸੀਂ ਹੁਣ ਲੇਖਾ ਦੇਣ ਹੀ ਚੱਲੇ ਆ, ਵੀ ਗੁਰੂ ਨਾਨਕ ਦੇ ਪੁੱਤਰਾਂ ਨੂੰ ਵੀ ਲੇਖਾ ਦੇਣਾ ਪਊ ਭਲਾ। ਕਹਿੰਦੇ ਅਸੀਂ ਹੁਣ ਲੇਖਾ ਦੇਣ ਚੱਲੇ ਆ। ਸੁਨਤ ਸ੍ਰੀ ਚੰਦ ਹਿਰਦੈ ਵਿਚਾਰਾ। ਕਿ ਬਾਬਾ ਸ਼੍ਰੀ ਚੰਦ ਜੀ ਨੇ ਵਿਚਾਰ ਕੀਤੀ। ਧਰਮ ਚੰਦ ਕੋ ਪਕਰੇ ਉਤਾਰਾ। ਘੋੜੇ ਤੋਂ ਬਾਬਾ ਧਰਮਚੰਦ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਉਤਾਰ ਲਿਆ। ਹਮ ਤੋ ਨੇ ਗ੍ਰਸਤ ਕੋ ਕਰਈ। ਕਹਿਣ ਲੱਗੇ ਲਖਮੀ ਦਾਸ ਅਸੀਂ ਤਾਂ ਗ੍ਰਸਤੀ ਨਹੀਂ ਹੋਣਾ। ਰਹੇ ਬੰਸ ਇਸ ਤੇ ਜਗ ਥਿਰਈ। ਤੇ ਧਰਮਚੰਦ ਤੋਂ ਗੁਰੂ ਨਾਨਕ ਸਾਹਿਬ ਦੀ ਬੰਸ ਰਹਿ ਜਾਏਗੀ ਸੰਸਾਰ ਵਿੱਚ। ਸਹਿਤ ਭਾਰ ਜਾ ਗਇਓ ਨਾ ਆਇਓ। ਬਾਬਾ ਲਖਮੀ ਦਾਸ ਜੀ ਘਰ ਵਾਲੀ ਸਮੇਤ ਗਏ, ਮੁੜ ਕੇ ਨਹੀਂ ਆਏ। ਅਵਲੋਕਤ ਨਰ ਗਨ ਬਿਸਮਾਏ। ਜਿਨ੍ਹਾਂ ਵੇਖਿਆ ਸਭ ਹੈਰਾਨ ਹੋ ਗਏ। ਧਰਮ ਚੰਦ ਤੇ ਚਾਲਿਓ ਬੰਸ। ਤਾਂ ਬਾਬਾ ਧਰਮਚੰਦ ਜੀ ਤੋਂ ਫਿਰ ਬੇਦੀਆਂ ਦਾ ਬੰਸ ਚੱਲਿਆ। ਸਭ ਬੇਦੀ ਉਜਲ ਜਿਮ ਹੰਸ। ਸਭ ਬੇਦੀ ਜਿਹੜੇ ਉਜਵਲ ਹੰਸ ਦੇ ਸਮਾਨ ਹੋਏ। ਸ੍ਰੀ ਚੰਦ ਬੈ ਭਾਈ ਬਿਸਾਲਾ। ਬਾਬਾ ਸ਼੍ਰੀ ਚੰਦ ਜੀ ਦੀ ਬੜੀ ਲੰਮੀ ਭਾਰੀ ਉਮਰ ਹੋਈ। ਜਗ ਮੈਂ ਦੇਹ ਧਰੀ ਚਿਰ ਕਾਲਾ। ਔਰ ਚਿਰੰਕਾਲ ਤੱਕ ਬਾਬਾ ਸ਼੍ਰੀ ਚੰਦ ਜੀ ਦੀ ਉਮਰ 125 ਸਾਲ ਤੋਂ ਵੀ ਵੱਧ ਉਮਰ ਹੋਈ। 6ਵੇਂ ਪਾਤਸ਼ਾਹ ਤੱਕ ਗੁਰੂ ਘਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਆਉਂਦੇ ਰਹੇ। ਉਹ ਕਥਾ ਆਪ ਜੀ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਸੰਬੰਧੀ ਕੁਝ ਕੁ ਸੰਖੇਪ ਵਿਚਾਰ ਭਾਈ ਰਾਮ ਕੋਇਰ ਸਾਹਿਬ ਜੀ ਸਰਵਣ ਕਰਾ ਰਹੇ ਨੇ। ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾਂ। ਸਾਧ ਸੰਗਤ ਜੀ ਬੇਨਤੀ ਹੈ ਕਿ ਅੱਜ ਦੇ ਦਿਨ ਜੋ 47 ਦੀ ਵੰਡ ਹੋਈ ਸੀ ਪੰਜਾਬ ਦੀ, ਉਹਦੇ ਵਿੱਚ 11 ਤਰੀਕ ਤੋਂ ਲੈ ਕੇ ਅੱਜ ਤਾਈਂ ਹਜ਼ਾਰਾਂ ਨਹੀਂ ਲੱਖਾਂ ਜਿਹੜੀਆਂ ਸਾਨੂੰ ਮੌਤਾਂ ਹੋਈਆਂ, ਉਹਦੇ ਵਿੱਚ ਸ਼ਹੀਦੀਆਂ ਹੋਈਆਂ। ਉਹਨਾਂ ਨੂੰ ਚੇਤੇ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਰੋਜ਼ਾਨਾ 10 ਮਿੰਟ ਸਿਮਰਨ ਭਜਨ ਹੁੰਦਾ ਹੈ। ਕੱਲ ਸਵੇਰੇ 10 ਵਜੇ ਉਹਨਾਂ ਸਮੂਹ ਗੁਰਮੁਖਾਂ ਪਿਆਰਿਆਂ ਲਈਆਂ ਅਰਦਾਸਾਂ ਬੇਨਤੀਆਂ ਹੋਣਗੀਆਂ। ਆਪ ਜੀ ਨੇ ਕੱਲ ਦੁੱਖ ਨਿਵਾਰਨ ਸਾਹਿਬ ਹਾਜ਼ਰੀਆਂ ਭਰਨੀਆਂ। ਆਓ ਕੁਝ ਸਮੇਂ ਲਈ ਸੁਰਤ ਬਿਰਤ ਸਿਮਰਨ ਭਜਨ ਨਾਲ ਜੋੜੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ। ਸਤਿਨਾਮ 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 ਵਾਹਿਗੁਰੂ।
ਸਤਿਨਾਮ ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਪਰੰਪਰ ਹਰ ਹਰੇ ਐ ਪੀਓ ਅਣਹਾਰੇ ਸੰਤ ਕੈ ਸਦਾ ਸੰਗ